ਚਰਨਜੀਤ ਸਿੰਘ ਚੰਨੀ ਹੁਣੀ ਵੀ ਕਹਿੰਦੇ ਕਿ ਆਹ ਕਰ ਦਿਆਂਗੇ, ਘਰ ਘਰ ਚੱਲੀ ਗੱਲ, ਸੀਐਮ ਚੰਨੀ ਕਰਦਾ ਮਸਲੇ ਹੱਲ। ਤੁਹਾਡੇ ਲਈ ਤਾਂ ਮੈਨੂੰ ਲੱਗਦਾ ਛੱਡਣਾ ਹੀ ਨਹੀਂ ਕੁਝ ਉਹਨਾਂ ਨੇ। ਚੰਨੀ ਸਾਹਿਬ ਨੇ ਘਰ ਘਰ ਗੱਲ ਤਾਂ ਚਲਾਤੀ ਤੇ ਹੁਣ ਘਰ ਘਰ ਗੱਲ ਚੱਲੀ ਜਾਂਦੀ ਹੈ ਕਿ ਭਤੀਜੇ ਕੋਲੋਂ 10 ਕਰੋੜ ਰੁਪਏ ਮਿਲ ਗਿਆ। ਚੰਨੀ ਸਾਹਿਬ ਇਹੋ ਜਿਹਾ ਕਿਹਦਾ ਤਾਂ ਤੁਸੀਂ ਮੰਜਾ ਬੁਣਿਆ, ਕਿਹਦੀ ਮੱਝ ਦੇ ਤੁਸੀਂ ਸੂਆ ਲਾਇਆ, ਕਿਹਦਾ ਤੁਸੀਂ ਟੈਂਟ ਕੱਢਿਆ ਕਿ ਜਿਹਦੇ ਮਿਹਨਤਾਂ ਨਾਲ ਤੁਹਾਨੂੰ 10-10 ਕਰੋੜ ਰੁਪਏ ਦੇਈ ਜਾਂਦਾ। ਜਿਵੇਂ ਕਹਿੰਦੇ ਨੇ ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ। ਇੱਕ ਵਾਰ ਵਾਹ ਪਾ ਕੇ ਦੇਖ ਲੈ ਪੰਜਾਬ, ਰਾਹ ਸਾਨੂੰ ਪਤਾ ਹੈ। ਜੇ ਸਰਕਾਰ ਬਣਦੀ ਹੈ ਤਾਂ ਅਮਨ ਅਰੋੜਾ ਕਿਹੜਾ ਉਹਦਾ ਲੈਣਗੇ? ਪੰਜਾਬ ਦਾ ਖਜ਼ਾਨਾ ਜਿਹੜਾ ਇਹਨਾਂ ਨੇ ਮਨਪ੍ਰੀਤ ਹੋਣਾ ਨੇ ਪੀਪਾ ਬਣਾਤਾ ਨਾ, ਇਹਨੂੰ ਮੁੜ ਕੇ ਦੁਬਾਰਾ ਕੁਬੇਰ ਦਾ ਖਜ਼ਾਨਾ ਕਿਵੇਂ ਬਣਾਉਣਾ ਉਹ ਅਮਨ ਅਰੋੜਾ ਨੂੰ ਪਤਾ ਤੇ ਕਰਕੇ ਦਿਖਾਊਗਾ। ਇਹ ਸੀਟਾਂ ਦੇਖਦੇ ਹੋ ਆਮ ਆਦਮੀ ਪਾਰਟੀ 2017 ਦਾ ਜੇ ਕਾਂਗਰਸ ਦਾ ਮੈਨੀਫੈਸਟੋ ਚੱਕ ਲਓਗੇ ਨਾ ਤੇ ਮੁੱਦੇ ਉਹੀ ਨੇ। ਇਹਨਾਂ ਨੇ ਇੱਕ ਵੀ ਹੱਲ ਨਹੀਂ ਕੀਤਾ ਹੈਗਾ। ਹੁਣ ਜਿਹੜੇ ਸਿੰਥੈਟਿਕ ਡਰੱਗਸ ਨੇ ਇਹ ਕੋਈ ਪਾਕਿਸਤਾਨ ਤੋਂ ਥੋੜ੍ਹਾ ਆਉਂਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾਧੀ, ਕੁਰਸੀ ਪਿੱਛੇ ਖਾਧੀ, ਬੇਅਦਬੀ ਕੀਤੀ ਗੁਟਕਾ ਸਾਹਿਬ ਦੀ, ਤੇ ਅੱਜ ਹਾਲ ਦੇਖ ਲਓ ਉਹਨਾਂ ਦਾ ਕੀ ਹੋਇਆ ਹੈ। ਉਹਨਾਂ ਤੋਂ ਪਹਿਲਾਂ ਵਾਲਿਆਂ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ, ਉਹਨਾਂ ਦਾ ਦੇਖ ਲਓ ਹਾਲ ਕੀ ਹੋਇਆ ਹੈ। ਜਿਵੇਂ ਦਿੱਲੀ ਦੇ ਵਿੱਚ ਕਾਂਗਰਸ ਵਾਲਿਆਂ ਦਾ 2 ਵਾਰੀ ਹੋ ਗਿਆ ਜ਼ੀਰੋ ਆਉਂਦਾ ਨਾ, ਤੇ 2027 ਦੇ ਵਿੱਚ 32 ਦੇ ਵਿੱਚ 37 ਦੇ ਵਿੱਚ ਚਾਹੇ ਅਕਾਲੀ ਦਲ ਹੈ, ਕਾਂਗਰਸ ਹੈ, ਬੀਜੇਪੀ ਹੈ, ਇਹਨਾਂ ਦੇ ਜ਼ੀਰੋ ਹੀ ਰਹਿਣਗੇ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣਾ ਦੀ ਰਿਹਾਈ ਨੂੰ ਲੈ ਕੇ ਸਟੈਂਡ ਕੀ ਹੈ ਆਮ ਆਦਮੀ ਪਾਰਟੀ ਦਾ? ਇਹ ਵੀ ਸਵਾਲ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਚੱਲ ਰਿਹਾ ਹੈ। ਕੇਜਰੀਵਾਲ ਹੋਣਾ ਨੇ 1000 ਰੁਪਏ ਕਿਹਾ, ਨਵਜੋਤ ਸਿੱਧੂ ਹੋਣਾ ਨੇ ਡਬਲ ਕਰ ਦਿੱਤਾ। ਇਹ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਮੋੜ ਖੇਡ ਕੇ, ਯਕੀਨ ਕਿਉਂ ਕਰਨਗੇ ਆਮ ਆਦਮੀ ਪਾਰਟੀ ਕੋਲੇ? ਜਾਂ ਰੋਡ ਮੈਪ ਜਾਂ ਫਾਰਮੂਲਾ ਕੀ ਹੈ ਤੁਹਾਡਾ ਜਦੋਂ ਲੋਕਾਂ ਦੇ ਵਿੱਚ ਜਾਓਗੇ? ਮੈਂ ਗਰੰਟੀ ਨਾਲ ਕਹਿਣਾ ਤੁਹਾਨੂੰ, ਜੇ ਨਾ 50,000 ਕਰੋੜ ਰੁਪਇਆ ਅਸੀਂ ਆਮ ਆਦਮੀ ਪਾਰਟੀ ਨੇ ਜਨਰੇਟ ਕਰਕੇ ਦਿੱਤਾ ਨਾ ਤਾਂ ਮੇਰਾ ਨਾਮ ਬਦਲ ਦਿਓ। ਭਗਵੰਤ ਮਾਨ ਉਹਨਾਂ ਨੂੰ ਅਨਾਉਂਸ ਕਰਤਾ, ਰਿਐਕਸ਼ਨ ਕੀ ਹੈ, ਕੀ ਸੋਚ ਰਹੇ ਹੋ ਭਗਵੰਤ ਮਾਨ ਉਹਨਾਂ ਦੇ ਬਾਰੇ? 2022 ਦੇ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਪੱਤੇ ਖੋਲ੍ਹੇ ਨੇ ਤੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਅਨਾਉਂਸ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਦੇ ਵਿੱਚ ਵੀ ਲੱਗੀ ਹੋਈ ਹੈ। ਸਾਡੇ ਨਾਲ ਅਮਨ ਅਰੋੜਾ ਨੇ, ਸੁਨਾਮ ਤੋਂ ਗੱਲਬਾਤ ਕਰਾਂਗੇ। ਅਰੋੜਾ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਪਰਮਾਤਮਾ ਤੁਹਾਨੂੰ, ਤੁਹਾਡੇ ਸਾਰੇ ਸਰੋਤਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ। ਭਗਵੰਤ ਮਾਨ ਉਹਨਾਂ ਨੂੰ ਅਨਾਉਂਸ ਕਰ ਦਿੱਤਾ, ਲਗਾਤਾਰ ਚਰਚਾਵਾਂ ਸੀ ਕਿ ਕੇਜਰੀਵਾਲ ਦਾ ਨਾਮ ਹੋ ਸਕਦਾ ਹੈ, ਫਿਰ ਭਗਵੰਤ ਮਾਨ ਉਹਨਾਂ ਦਾ ਚਲੋ ਨਾਮ ਚਰਚਾ ਦੇ ਵਿੱਚ ਸੀਗਾ, ਭਗਵੰਤ ਮਾਨ ਉਹਨਾਂ ਨੂੰ ਅਨਾਉਂਸ ਕਰਤਾ। ਰਿਐਕਸ਼ਨ ਕੀ ਹੈ, ਕੀ ਸੋਚ ਰਹੇ ਹੋ ਭਗਵੰਤ ਮਾਨ ਉਹਨਾਂ ਦੇ ਬਾਰੇ? ਦੇਖੋ, ਮੈਂ ਕੱਲਾ ਕੀ ਸੋਚ ਰਿਹਾ ਉਹ ਮੈਟਰ ਨਹੀਂ ਕਰਦਾ ਹੈਗਾ। ਪੰਜਾਬ ਦਾ ਲੱਖਾਂ ਕਰੋੜਾਂ ਲੋਕ ਹੈ ਜਿਹੜਾ ਉਹ ਅੱਜ ਆਮ ਆਦਮੀ ਪਾਰਟੀ ਬਾਰੇ ਔਰ ਭਗਵੰਤ ਮਾਨ ਬਾਰੇ ਸੋਚ ਰਿਹਾ ਹੈ। ਔਰ ਤੁਸੀਂ ਅਰਵਿੰਦ ਕੇਜਰੀਵਾਲ ਜੀ ਦੇ ਨਾਮ ਦੀ ਗੱਲ ਕੀਤੀ। ਅਰਵਿੰਦ ਕੇਜਰੀ ਤਾਂ ਤੁਹਾਡੀਆਂ ਮੀਡੀਆ ਦੀਆਂ ਐਕਚੁਅਲੀ ਜਨਰੇਟਡ ਕਿਆਸ ਰਾਈਆਂ ਸੀਗੀਆਂ। ਅਰਵਿੰਦ ਜੀ ਤਾਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀਗੇ। ਰਿਪੋਰਟ ਤੇ ਇੱਕ ਮੌਕਾ ਕੇਜਰੀਵਾਲ ਨੂੰ ਲਿਖਿਆ, ਭਗਵੰਤ ਮਾਨ ਦਾ ਨਾਮ ਨਹੀਂ ਸੀ ਲਿਖਿਆ ਕਿਤੇ। ਉਦੋਂ ਤੱਕ ਡਿਸਾਈਡਡ ਕੋਈ ਨਹੀਂ ਸੀਗਾ, ਪਰ ਹਾਂ ਡੈਫੀਨੇਟਲੀ ਯੈਸ, ਅਰਵਿੰਦ ਕੇਜਰੀਵਾਲ ਜੀ ਸਾਡੇ ਸਿਰਮੌਰ ਲੀਡਰ ਨੇ। ਉਹਨਾਂ ਨੇ ਆਪਦੀ ਗਵਰਨੈਂਸ ਦੇ ਨਾਲ ਇਕੱਲੇ ਦਿੱਲੀ ਨੂੰ ਨਹੀਂ, ਪੂਰੇ ਪੰਜਾਬ ਨੂੰ, ਪੂਰੇ ਮੁਲਕ ਨੂੰ, ਪੂਰੀ ਦੁਨੀਆ ਨੂੰ ਉਹਨਾਂ ਨੇ ਇੰਪ੍ਰੈਸ ਕੀਤਾ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ। ਸੋ ਵੋਟ ਮੰਗਣ ਜਦੋਂ ਜਾਵਾਂਗੇ ਤਾਂ ਡੈਫੀਨੇਟਲੀ ਉਦੋਂ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਦੀ, ਉਹਨਾਂ ਦੀ ਪਰਫਾਰਮੈਂਸ, ਉਹਨਾਂ ਦੀ ਗਵਰਨੈਂਸ ਮਾਡਲ ਦੇ ਉੱਪਰ ਵੀ ਵੋਟ ਮੰਗੀ ਜਾਊਗੀ। ਜਿੱਥੋਂ ਤੱਕ ਗੱਲ ਰਹੀ ਭਗਵੰਤ ਮਾਨ ਦੀ, ਮੈਂ ਸਮਝਦਾ ਕਿ ਇਹ ਫੈਸਲਾ ਜਿਹੜਾ ਉਹ ਇਕੱਲੇ ਅਰਵਿੰਦ ਕੇਜਰੀਵਾਲ ਜੀ, ਆਮ ਆਦਮੀ ਪਾਰਟੀ ਦਾ ਜਾਂ ਅਮਨ ਅਰੋੜੇ ਦਾ ਨਹੀਂ, ਇਹ 22 ਲੱਖ ਲੋਕਾਂ ਦਾ ਹੈ ਜਿਨ੍ਹਾਂ ਨੇ ਭਗਵੰਤ ਮਾਨ ਦੇ ਫੇਵਰ ਦੇ ਵਿੱਚ ਬੜੇ ਤਗੜੇ ਤਰੀਕੇ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਨੂੰ ਵੋਟ ਕੀਤਾ। ਔਰ ਸਭ ਤੋਂ ਵੱਡੀ ਗੱਲ ਆ ਇਹ ਹੈ ਕਿ ਅੱਜ ਤੱਕ 75 ਸਾਲਾਂ ਦੇ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਕਦੇ ਨਹੀਂ ਹੋਇਆ ਹੈਗਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਤੋਂ ਰਾਏ ਮੰਗੀ ਜਾਵੇ ਕਿ ਕਿਹੜਾ ਬੰਦਾ ਉਹਨਾਂ ਨੂੰ ਲੀਡ ਕਰਨ ਵਾਲਾ ਚਾਹੀਦਾ, ਕਿਹੜਾ ਬੰਦਾ ਮੁੱਖ ਮੰਤਰੀ ਹੋਣਾ ਚਾਹੀਦਾ ਸਟੇਟ ਦਾ। ਹੁਣ ਤੱਕ ਜੇ ਆਪਾਂ ਦੂਜੀਆਂ ਪਾਰਟੀਆਂ ਦੀ ਗੱਲ ਕਰ ਲਈਏ, ਇੱਕ ਪਾਰਟੀ ਦੇ ਵਿੱਚ ਇੱਕ ਬੰਦੇ ਦੇ ਮਨ ਕੀ ਬਾਤ ਮੁਤਾਬਕ ਮੁੱਖ ਮੰਤਰੀ ਬਣੂਗਾ, ਇੱਕ ਪਾਰਟੀ ਦੇ ਇੱਕ ਪਰਿਵਾਰ ਦੀ ਚਿੱਠੀ ਦੇ ਵਿੱਚੋਂ, ਲਿਫਾਫੇ ਦੇ ਵਿੱਚੋਂ ਮੁੱਖ ਮੰਤਰੀ ਦਾ ਨਾਮ ਨਿਕਲੂਗਾ, ਤੇ ਤੀਜੀ ਪਾਰਟੀ ਇਹੋ ਜਿਹੀ ਹੈ ਜਿਹੜੀ ਡਾਇਨਿੰਗ ਟੇਬਲ 'ਤੇ ਬੈਠ ਕੇ 3 ਜੀ ਘਰ ਦੇ ਫੈਸਲਾ ਕਰ ਲੈਣ ਕਿਹੜਾ ਮੁੱਖ ਮੰਤਰੀ ਹੋਣਾ ਚਾਹੀਦਾ। ਇੱਥੇ 22 ਲੱਖ ਲੋਕਾਂ ਨੇ ਫੈਸਲਾ ਕਰਕੇ ਦਿੱਤਾ ਹੈ ਭਗਵੰਤ ਮਾਨ ਦੇ ਫੇਵਰ ਦੇ ਵਿੱਚ। ਇਹ ਜਿਹੜਾ ਉਪਰਾਲਾ ਅਰਵਿੰਦ ਕੇਜਰੀਵਾਲ ਜੀ ਨਾਲ ਆਮ ਆਦਮੀ ਪਾਰਟੀ ਨੇ ਕੀਤਾ, ਇਹ ਕਰਨ ਦਾ ਹਿੰਮਤ, ਹੌਸਲਾ ਦੂਜੀ ਕੋਈ ਪਾਰਟੀ ਕਰ ਨਹੀਂ ਸਕਦੀ ਕਿ ਜਿਹੜਾ ਅਸੀਂ ਕੀਤਾ। ਕਿੰਨੀਆਂ ਸੀਟਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ? ਦੇਖੋ, ਇਸ ਤਰ੍ਹਾਂ ਕਿ ਸੀਟਾਂ ਦੀ ਜਿੱਥੇ ਤੱਕ ਗੱਲ ਹੈ, ਮੈਂ ਕੋਈ ਜੋਤਸ਼ੀ ਤਾਂ ਹਾਂ ਨਹੀਂ, ਨਾ ਹੀ ਮੈਨੂੰ ਜੋਤਿਸ਼ ਵਿੱਦਿਆ ਦਾ ਕੋਈ ਹਿਸਾਬ ਕਿਤਾਬ ਹੈ, ਪਰ ਮੈਂ ਆਪਦੇ ਪੋਲੀਟੀਕਲ 30 ਸਾਲ ਦੇ ਤਜਰਬੇ ਤੋਂ 1992 ਤੋਂ ਐਕਟਿਵਲੀ ਪੋਲੀਟਿਕਸ ਦੇ ਵਿੱਚ, ਚੋਣਾਂ ਦੇ ਵਿੱਚ ਇਨਵੋਲਵਡ ਹਾਂ।
ਤੇ ਆਪਦੇ 30 ਸਾਲ ਦੇ ਤਜਰਬੇ ਤੋਂ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ, ਹੌਸਲੇ ਦੇ ਨਾਲ ਤੇ ਦਾਅਵੇ ਨਾਲ ਕਹਿ ਸਕਦਾ ਕਿ ਜਿੰਨਾ ਵਧੀਆ ਰਿਸਪੌਂਸ, ਜਿੰਨਾ ਵਧੀਆ ਪਿਆਰ, ਜਿੰਨਾ ਵਧੀਆ ਲੋਕਾਂ ਦਾ ਸਮਰਥਨ ਇਸ ਚੋਣਾਂ ਦੇ ਵਿੱਚ ਮੈਨੂੰ ਮਿਲ ਰਿਹਾ ਹੈ, ਉਹ ਜਿਹਾ ਅੱਜ ਤੱਕ 30 ਸਾਲਾਂ ਦੇ ਵਿੱਚ ਮੈਨੂੰ ਦੇਖਣ ਨੂੰ ਨਹੀਂ ਮਿਲਿਆ ਹੈਗਾ। ਜੋ ਮੈਨੂੰ ਮਿਲ ਰਿਹਾ ਹੈ ਤੇ ਡੈਫੀਨੇਟਲੀ ਬਾਕੀ ਹਲਕਿਆਂ ਦੇ ਵਿੱਚ ਵੀ ਸਾਰੇ ਕਿਤੇ ਇਹੀ ਕੁਝ ਚੱਲ ਰਿਹਾ ਹੈ। ਉਹ ਹਲਕੇ ਜਿਹੜੇ ਸਾਨੂੰ ਕਦੇ ਐਂ ਲੱਗਦਾ ਸੀਗਾ ਵੀ ਇੱਥੇ ਸਾਡਾ ਝੋਲਾ ਚੱਕਣ ਵਾਲਾ ਕੌਣ ਹੋਊਗਾ, ਤੇ ਉਹਨਾਂ ਹਲਕਿਆਂ ਦੇ ਵਿੱਚ ਉਹ ਵੀ ਅੱਜ ਬੜਕਾ ਮਾਰਦੇ ਨੇ ਕਿ ਅਸੀਂ ਤੁਹਾਡੇ ਤੋਂ ਮਾਲਵੇ ਵਾਲਿਆਂ ਨਾਲੋਂ ਅੱਗੇ ਨਿਕਲਾਂਗੇ। ਸੋ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਫੇਵਰ ਦੇ ਵਿੱਚ ਸੀਗਾ। ਕੱਲ੍ਹ ਦੀ ਭਗਵੰਤ ਮਾਨ ਜੀ ਦੀ ਅਨਾਊਂਸਮੈਂਟ ਤੋਂ ਬਾਅਦ ਤਾਂ ਉਹਦੇ ਵਿੱਚ ਬਹੁਤ ਵੱਡਾ ਉਛਾਲ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਆਇਆ, ਜਿਹਦੀ ਵਜ੍ਹਾ ਕਰਕੇ ਮੈਂ ਇਹ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਕਲੀਨ ਸਵੀਪ ਹੈ ਜਿਹੜਾ ਉਹ ਇਹਨਾਂ ਚੋਣਾਂ ਦੇ ਵਿੱਚ ਕਰਨ ਜਾ ਰਹੀ ਹੈ। ਕਿਹੜੀਆਂ ਚੀਜ਼ਾਂ ਲੈ ਕੇ ਜਾ ਰਹੇ ਹੋ ਤੁਸੀਂ ਗਰਾਊਂਡ ਦੇ ਵਿੱਚ ਲੈ ਕੇ ਜਾ ਰਹੇ ਹੋ? ਜਦੋਂ ਗਰਾਊਂਡ ਤੇ ਉਤਰ ਰਹੇ ਹੋ, ਲੋਕ ਕੀ ਚਾਹੁੰਦੇ ਆ, ਲੋਕ ਕੀ ਗੱਲਬਾਤ ਕਰਦੇ ਆ? ਦੇਖੋ, ਲੋਕ ਚਾਹੁੰਦੇ ਨੇ ਕਿ 75 ਸਾਲ ਇਹਨਾਂ ਰਵਾਇਤੀ ਪਾਰਟੀਆਂ ਨੇ ਸਾਨੂੰ ਲੁੱਟ ਲਿਆ, ਸਾਨੂੰ ਕੁੱਟ ਲਿਆ, ਸਾਨੂੰ ਗੁੰਮਰਾਹ ਕਰ ਲਿਆ, ਕਿਸੇ ਨੇ ਪੰਥ ਦੇ ਨਾਂ 'ਤੇ ਕਰ ਲਿਆ, ਕਿਸੇ ਨੇ ਝੂਠੀਆਂ ਸਹੁੰ ਖਾ ਕੇ ਕਰ ਲਿਆ। ਹੁਣ ਲੋਕ ਅੱਕੇ ਪਏ ਨੇ ਇਹਨਾਂ ਤੋਂ। ਲੋਕ ਮੁੜ ਲੋਕਾਂ ਨੂੰ ਕੈਲੀਫੋਰਨੀਆ, ਪੈਰਿਸ ਬਣਾ ਦਾਂਗੇ, ਉਹ ਝੂਠੇ ਵਾਅਦੇ ਨਹੀਂ ਚਾਹੀਦੇ ਹੈਗੇ। ਲੋਕਾਂ ਨੂੰ ਮੁੜ ਦੁਬਾਰਾ ਉਹੀ ਰੰਗਲਾ ਤੇ ਖੁਸ਼ਹਾਲ ਪੰਜਾਬ ਹੈ ਜਿਹੜਾ ਉਹ ਚਾਹੀਦਾ। ਤੇ ਇਹ ਬਣਾਉਣਾ ਮੈਂ ਸਮਝਦਾ ਕਿ ਕੋਈ ਔਖਾ ਕੰਮ ਨਹੀਂ ਹੈ, ਇਹ ਇੰਪੋਸੀਬਲ ਟਾਸਕ ਨਹੀਂ ਹੈ। ਇਹਦੇ ਲਈ ਸਾਫ਼ ਨੀਅਤ ਔਰ ਨੀਤੀ ਚਾਹੀਦੀ ਹੈ। ਇਹ ਬਣਾਇਆ ਜਾ ਸਕਦਾ ਤੇ ਅਸੀਂ ਬਣਾ ਕੇ ਦਿਖਾਵਾਂਗੇ। ਜਿੱਥੋਂ ਤੱਕ ਮਸਲਿਆਂ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ, ਮੁੱਦੇ ਉਹੀ ਨੇ ਜੋ 2017 ਦੇ ਜੇ ਕਾਂਗਰਸ ਦਾ ਮੈਨੀਫੈਸਟੋ ਚੱਕ ਲਓਗੇ ਨਾ, ਤੇ ਮੁੱਦੇ ਉਹੀ ਨੇ। ਇਹਨਾਂ ਨੇ ਇੱਕ ਵੀ ਹੱਲ ਨਹੀਂ ਕੀਤਾ ਹੈਗਾ, ਬਲਕਿ ਉਹ ਤੋਂ ਵੀ ਵਿਕਰਾਲ ਰੂਪ ਹੈ ਜਿਹੜਾ ਉਹ ਪੰਜਾਬ ਦੇ ਮੁੱਦੇ ਮਸਲੇ ਸਾਰੇ ਧਾਰਨ ਕਰ ਚੁੱਕੇ ਨੇ। ਉਸੇ ਤਰੀਕੇ ਦੇ ਨਾਲ ਅੱਜ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਦੀ ਬਜਾਏ ਨਸ਼ੇ ਦੀਆਂ ਪੁੜੀਆਂ ਨੇ। ਉਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ ਖੁਦ ਆਪ ਕਲੈਪਸ ਹੋਇਆ ਪਿਆ, ICU ਦੇ ਵਿੱਚ ਹੈ। 3 ਲੱਖ ਕਰੋੜ ਦਾ ਪੰਜਾਬ ਸਰਕਾਰ ਦੇ ਉੱਪਰ ਕਰਜ਼ਾ, 1 ਲੱਖ ਕਰੋੜ ਦਾ ਬੋਰਡਾਂ ਕਾਰਪੋਰੇਸ਼ਨਾਂ ਦੇ ਉੱਪਰ ਕਰਜ਼ਾ, 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਕਿਸਾਨਾਂ ਮਜ਼ਦੂਰਾਂ ਦੇ ਸਿਰੇ, 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰ ਚੜ੍ਹਿਆ ਪਿਆ। ਬੇਅਦਬੀ ਦੇ ਦੋਸ਼ੀ ਉਸੇ ਤਰੀਕੇ ਦੇ ਨਾਲ ਬਾਹਰ ਘੁੰਮ ਰਹੇ ਨੇ। ਪੰਜਾਬ ਨੂੰ ਪੰਜਾਬ ਸਰਕਾਰ ਜਾਂ ਪੋਲੀਟੀਕਲ ਪਾਰਟੀ ਨਹੀਂ ਜਾਂ ਲੀਡਰ ਨਹੀਂ, ਮਾਫੀਆ ਨੇ ਜਿਹੜੇ ਉਹ ਚਲਾ ਰਹੇ ਨੇ, ਜਿਹਦੀ ਵਜ੍ਹਾ ਕਰਕੇ ਹਰ ਸਾਲ ਤਕਰੀਬਨ 45-50 ਹਜ਼ਾਰ ਕਰੋੜ ਰੁਪਏ ਜਿਹੜਾ ਕਿ ਲੋਕਾਂ ਦਾ ਟੈਕਸਾਂ ਦਾ ਪੈਸਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਦੇ ਉੱਪਰ ਲੱਗਣਾ ਚਾਹੀਦਾ ਹੈ, ਉਹ ਪੈਸਾ ਜਿਹੜਾ ਉਹ ਲੀਡਰਾਂ ਦੇ, ਅਫਸਰਾਂ ਦੇ, ਮਾਫੀਆਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਹੈ। ਇਹ ਸਾਰੇ ਮਸਲੇ ਨੇ ਜਿਹੜੇ ਕਿ ਜਿਹਦੇ ਵਾਸਤੇ ਸਾਡਾ ਜਿਹੜਾ ਇੱਕ ਸਟ੍ਰੈਟਜੀ ਹੈ, ਜਿਹੜੀ ਸਾਡਾ ਰੋਡ ਮੈਪ ਹੈ, ਜਿਹੜਾ ਸਾਡਾ ਵਿਜ਼ਨ ਹੈ, ਸਾਡਾ ਪਲਾਨ ਹੈ ਜਿਹੜਾ ਉਹ ਬਿਲਕੁਲ ਰੈਡੀ ਹੈ। ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਇਹ ਸਾਰੇ ਮੁੱਦੇ ਨੇ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਪਰ ਹੱਲ ਕੀਤੇ ਜਾਣਗੇ। 2017 ਦੇ ਚੋਣਾਂ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜਿਹੜੇ ਮੁੱਦੇ ਤੁਸੀਂ ਕਹਿ ਰਹੇ ਹੋ, ਇਹ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਵੀ ਗੱਲ ਕਰ ਰਹੇ ਸੀ। ਉਹਨਾਂ ਨੇ ਤਾਂ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਸੀ। ਲੋਕ ਤੁਹਾਡੇ ਤੇ ਯਕੀਨ ਕਿਉਂ ਕਰਨ? ਜੇ ਮੈਂ ਪੁੱਛਾਂ ਤਾਂ ਤੁਸੀਂ ਉਹੀ ਮੁੱਦੇ ਹਰ ਵਾਰ ਚੋਣ ਦੇ ਵਿੱਚ ਹੁੰਦੇ ਆ। ਪਿਛਲੀ ਵਾਰ ਖੈਰ ਬੇਅਦਬੀ ਦਾ ਵੀ ਮੁੱਦਾ ਸੀ, ਪਰ ਤੁਹਾਡੇ ਤੇ ਲੋਕ ਯਕੀਨ ਕਰਨਗੇ ਲੱਗਦਾ ਤੁਹਾਨੂੰ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਲੋਕ ਸਾਡੇ ਤੇ ਯਕੀਨ ਕਿਉਂ ਨਾ ਕਰਨ। ਮੈਂ ਤੁਹਾਡੇ ਜ਼ਰੀਏ, ਤੁਹਾਡੇ ਚੈਨਲ ਦੇ ਜ਼ਰੀਏ ਲੱਖਾਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਉਂ ਸਾਡੇ ਤੇ ਯਕੀਨ ਨਾ ਕੀਤਾ ਜਾਵੇ। ਸਵਾਲ ਇਹ ਹੈ, ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾਧੀ, ਕੁਰਸੀ ਪਿੱਛੇ ਖਾਧੀ, ਬੇਅਦਬੀ ਕੀਤੀ ਗੁਟਕਾ ਸਾਹਿਬ ਦੀ, ਤੇ ਅੱਜ ਹਾਲ ਦੇਖ ਲਓ ਉਹਨਾਂ ਦਾ ਕੀ ਹੋਇਆ ਹੈ। ਉਹਨਾਂ ਤੋਂ ਪਹਿਲਾਂ ਵਾਲਿਆਂ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ, ਉਹਨਾਂ ਦਾ ਦੇਖ ਲਓ ਹਾਲ ਕੀ ਹੋਇਆ ਹੈ। ਅਸੀਂ ਸਹੁੰ ਨਹੀਂ ਖਾਣੀਆਂ ਹੈਗੀਆਂ, ਅਸੀਂ ਝੂਠੇ ਵਾਅਦੇ ਨਹੀਂ ਕਰਨੇ ਹੈਗੇ, ਅਸੀਂ ਕੰਮ ਕਰਕੇ ਦਿਖਾਉਣਾ ਪੰਜਾਬ ਦੇ ਲੋਕਾਂ ਨੂੰ। ਔਰ 7 ਸਾਲ ਦੇ ਆਪਦੇ ਪੋਲੀਟੀਕਲ ਕੈਰੀਅਰ ਦੇ ਵਿੱਚ ਜੇ ਤਾਂ ਕੋਈ ਅਰਵਿੰਦ ਕੇਜਰੀਵਾਲ ਜੀ ਤੋਂ ਲੈ ਕੇ ਉਹਨਾਂ ਦੇ ਬਿਲਕੁਲ ਥੱਲੜੇ ਸਿਪਾਹੀ ਤੱਕ ਜੇ ਕਿਸੇ ਦੇ ਉੱਪਰ ਕੋਈ ਦਾਗ ਲੱਗਿਆ, ਕੋਈ ਕਰਪਸ਼ਨ ਦਾ ਚਾਰਜ ਹੋਇਆ, ਕਿਸੇ ਦਾ ਨਾਮ ਮਾਫੀਆ ਦੇ ਵਿੱਚ, ਕਿਸੇ ਦਾ ਨਾਮ ਕਿਸੇ ਠੱਗੀ ਠੋਰੀ ਦੇ ਵਿੱਚ ਕਰਪਸ਼ਨ ਦੇ ਵਿੱਚ ਆਇਆ ਹੋਵੇ, ਤਾਂ ਸਾਡੇ ਤੇ ਯਕੀਨ ਨਾ ਕਰੋ। ਜਦੋਂ ਆਇਆ ਹੀ ਕੋਈ ਨਹੀਂ ਹੈਗਾ ਤੇ ਨਾ ਹੀ ਕਦੇ ਸਾਰੀ ਉਮਰ ਆਊਗਾ, ਫਿਰ ਯਕੀਨ ਨਾ ਕਰਨ ਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਮੈਨੂੰ ਉਹ ਦੱਸੋ। ਮੈਂ ਤੁਹਾਡੀ ਗੱਲ ਨੂੰ, ਸਵਾਲ ਨੂੰ ਮੈਂ ਗਲਤ ਨਹੀਂ ਕਹਿ ਰਿਹਾ ਹੈਗਾ। ਤੁਸੀਂ ਆਪਦੀ ਜਗ੍ਹਾ ਸਹੀ ਹੋ। ਉਹ ਇਸ ਕਰਕੇ ਸਹੀ ਹੋ ਕਿ ਉਹ ਜਿਵੇਂ ਕਹਿੰਦੇ ਨੇ ਨਾ ਕਿ ਦੁੱਧ ਦਾ ਜੜਿਆ ਲੱਸੀ ਵੀ ਫੂਕਾ ਮਾਰ ਪੀਂਦਾ ਹੈ। ਭਾਈ ਸਾਹਿਬ, ਤੁਹਾਡਾ ਵੀ, ਤੁਸੀਂ ਵੀ ਪੰਜਾਬੀ ਹੋ, ਤੁਹਾਡਾ ਵੀ ਦਿਲ ਪੰਜਾਬ ਦੇ ਲਈ ਧੜਕਦਾ। ਤੁਹਾਡਾ ਸਵਾਲ ਇਸ ਕਰਕੇ ਬਿਲਕੁਲ ਜਾਇਜ਼ ਹੈ, ਪਰ ਸਾਨੂੰ ਸਾਡੇ ਲੀਡਰ ਦਾ ਪਤਾ ਹੈ, ਸਾਡੀ ਟੀਮ ਦਾ ਪਤਾ ਹੈ, ਸਾਡੀ ਪਾਰਟੀ ਦਾ ਪਤਾ ਹੈ, ਸਾਡੇ ਸਿਧਾਂਤਾਂ ਦਾ ਪਤਾ ਹੈ, ਸਾਡੀ ਨੀਅਤ ਔਰ ਨੀਤੀ ਦਾ ਪਤਾ ਹੈ। ਆਹ ਜਿਹੜੀਆਂ ਠੱਗੀਆਂ ਠੋਰੀਆਂ ਨੇ, ਆਹ ਜਿਹੜੀਆਂ ਕਰਪਸ਼ਨਾਂ ਨੇ, ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। 1985-86 ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ। ਅੱਜ 35 ਸਾਲਾਂ ਦੇ ਵਿੱਚ ਪੰਜਾਬ 5 ਲੱਖ ਕਰੋੜ ਦਾ ਕਰਜ਼ਈ ਹੈ ਜਿਹੜਾ ਉਹ ਹੋ ਗਿਆ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਤੱਕ ਤੁਸੀਂ ਕਦੇ
ਕਿਸੇ ਪੰਜਾਬ ਦੇ ਲੀਡਰ ਨੂੰ, ਕਿਸੇ ਅਫਸਰ ਨੂੰ, ਕਿਸੇ ਐਮਐਲਏ ਨੂੰ, ਮੰਤਰੀ ਨੂੰ ਤੁਸੀਂ ਕਦੇ ਬੈਂਕਰਪਟ ਹੁੰਦਾ ਦੇਖਿਆ, ਦੀਵਾਲੀਆ ਹੁੰਦਾ ਸੁਣਿਆ? ਤੇ ਇਹ ਪੰਜਾਬ ਦੇ ਲੋਕ ਜਦੋਂ ਇਹ ਕਾਂਗਰਸੀ, ਅਕਾਲੀ, ਬੀਜੇਪੀ ਵਾਲੇ ਲੋਕਾਂ ਦੀ ਕਚਹਿਰੀ 'ਚ ਜਾਣ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਪੁੱਛੋ ਕਿ ਭਾਈ ਤੁਹਾਨੂੰ 70-75 ਸਾਲ ਰਾਜ ਦਿੱਤਾ ਹੈ, ਸਾਡਾ ਰੰਗਲਾ ਪੰਜਾਬ, ਸਾਡਾ ਸਭ ਤੋਂ ਖੁਸ਼ਹਾਲ ਪੰਜਾਬ, ਸਾਡੀ ਨੰਬਰ 1 ਸਟੇਟ, ਸਾਡੀ ਸੋਨੇ ਦੀ ਚਿੜੀਆ, ਤੁਸੀਂ ਕੰਗਾਲ ਕਿਵੇਂ ਕਰਤੀ ਬਈ? ਕਿਵੇਂ ਦੀਵਾਲੀਆ ਕਰਤਾ? ਅੱਜ ਬੱਚਾ ਜੰਮਦਾ ਮਗਰੋਂ ਹੈ, ਲੱਖ 1.5 ਲੱਖ ਦਾ ਕਰਜ਼ਾ ਉਹਦੇ ਸਿਰ ਪਹਿਲਾਂ ਹੁੰਦਾ ਹੈ। ਸੋ ਇਹ ਸਵਾਲ ਨੇ ਜਿਹੜੇ ਲੋਕਾਂ ਨੂੰ ਕਰਨੇ ਪੈਣਗੇ। ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਇਹੀ ਹੈ ਕਿ ਜਿਵੇਂ ਕਹਿੰਦੇ ਨੇ, ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਇੱਕ ਵਾਰ ਵਾਹ ਪਾ ਕੇ ਦੇਖ ਲੈ ਪੰਜਾਬ। ਰਾਹ ਸਾਨੂੰ ਪਤਾ ਹੈ, ਚੱਲਾਂਗੇ ਉਹਦੇ ਉੱਪਰ ਮਜ਼ਬੂਤੀ ਨਾਲ ਚੱਲਾਂਗੇ, ਨੇਕ ਨੀਤੀ ਔਰ ਨੇਕ ਇਰਾਦੇ ਨਾਲ ਚੱਲਾਂਗੇ ਤੇ ਪੰਜਾਬ ਨੂੰ ਮੁੜ ਕੇ ਪੰਜਾਬ ਬਣਾ ਕੇ ਦਿਖਾਵਾਂਗੇ। ਤੇ ਮੁੜ ਕੇ ਜਿਵੇਂ ਦਿੱਲੀ ਦੇ ਵਿੱਚ ਕਾਂਗਰਸ ਵਾਲਿਆਂ ਦਾ 2 ਵਾਰੀ ਹੋ ਗਿਆ ਜ਼ੀਰੋ ਆਉਂਦਾ ਨਾ, ਤੇ 2027 ਦੇ ਵਿੱਚ, 32 ਦੇ ਵਿੱਚ, 37 ਦੇ ਵਿੱਚ, ਚਾਹੇ ਅਕਾਲੀ ਦਲ ਹੈ, ਕਾਂਗਰਸ ਹੈ, ਬੀਜੇਪੀ ਹੈ, ਇਹਨਾਂ ਦੇ ਜ਼ੀਰੋ ਹੀ ਰਹਿਣਗੇ। ਕਿਉਂਕਿ ਲੋਕ ਔਕਾਤ ਇਹਨਾਂ ਨੇ, ਲੋਕਾਂ ਦਾ ਮੂੰਹਾਂ ਇਹਨਾਂ ਪਾਰਟੀਆਂ ਨੇ ਆਪ ਮੋੜਤਾ। ਆਮ ਆਦਮੀ ਪਾਰਟੀ ਕੋਲ ਫਾਰਮੂਲਾ ਕੀ ਹੈ? ਕਿਉਂਕਿ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ, ਇਲੈਕਸ਼ਨ ਸਮੇਂ ਤਮਾਮ ਪਾਰਟੀਆਂ ਵਾਅਦੇ ਕਰਨਗੀਆਂ, ਵੱਡੀਆਂ ਵੱਡੀਆਂ ਗੱਲਾਂ ਹੋਣਗੀਆਂ, ਸਾਰੀਆਂ ਪਾਰਟੀਆਂ ਕਰ ਰਹੀਆਂ ਨੇ। ਕੇਜਰੀਵਾਲ ਹੁਣਾਂ ਨੇ 1000 ਰੁਪਏ ਕਿਹਾ, ਨਵਜੋਤ ਸਿੱਧੂ ਹੁਣਾਂ ਨੇ ਡਬਲ ਕਰ ਦਿੱਤਾ। ਹਾਲਾਂਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਐ ਨਹੀਂ ਹੋਣਾ ਚਾਹੀਦਾ, ਐ ਨਹੀਂ ਹੋ ਸਕਦਾ, ਉਸ ਤੋਂ ਬਾਅਦ ਉਹਨਾਂ ਨੇ ਡਬਲ ਕਰਤੀਆਂ ਚੀਜ਼ਾਂ। ਵਾਅਦੇ ਇਸ ਤੋਂ ਵੀ ਵੱਡੇ ਵੱਡੇ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ। ਇਹ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਮੋੜ ਖੇਡ ਕੇ, ਯਕੀਨ ਕਿਉਂ ਕਰਨਗੇ ਆਮ ਆਦਮੀ ਪਾਰਟੀ ਕੋਲੇ? ਜਾਂ ਰੋਡ ਮੈਪ ਜਾਂ ਫਾਰਮੂਲਾ ਕੀ ਹੈ ਤੁਹਾਡਾ ਜਦੋਂ ਲੋਕਾਂ ਦੇ ਵਿੱਚ ਜਾਓਗੇ? ਨਹੀਂ, ਤੁਸੀਂ ਕਾਹਦਾ ਫਾਰਮੂਲਾ ਪੁੱਛ ਰਹੇ ਹੋ? ਸਰਕਾਰ ਚਲਾਉਣ ਦਾ? ਸਰਕਾਰ ਚਲਾਉਣਾ ਕੀ ਔਖਾ ਕੰਮ ਹੈ? ਸਰਕਾਰ ਚਲਾਉਣਾ ਜਿਵੇਂ ਤੁਸੀਂ ਇਮਾਨਦਾਰੀ ਦੇ ਨਾਲ ਘਰ ਚਲਾਉਣਾ, ਜਿਵੇਂ ਤੁਸੀਂ ਇਮਾਨਦਾਰੀ ਨਾਲ ਕੋਈ ਆਰਗੇਨਾਈਜੇਸ਼ਨ ਚਲਾਉਣੀ, ਜਿਵੇਂ ਇਮਾਨਦਾਰੀ ਨਾਲ ਤੁਸੀਂ ਆਪਦਾ ਚੈਲੰਜ ਚਲਾਉਣਾ ਹੈ, ਉਹੀ ਕੰਮ ਸਰਕਾਰ ਦਾ। ਸਰਕਾਰ ਦਾ ਕੰਮ ਕੀ ਹੈ ਕਿ ਲੋਕਾਂ ਨੂੰ ਫੈਸਿਲਿਟੇਟ ਕਰਨਾ ਹੈ। ਲੋਕਾਂ ਤੋਂ ਪੈਸਾ ਜਿਹੜਾ ਉਹ ਟੈਕਸਾਂ ਦੇ ਰੂਪ ਦੇ ਵਿੱਚ ਉਹ ਸਰਕਾਰ ਕੋਲੇ ਆਉਣਾ ਹੈ। ਉਹ ਸਰਕਾਰ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਘੱਟ ਤੋਂ ਘੱਟ ਲੋਕਾਂ ਨੂੰ ਪਿੰਚ ਕਰੇ, ਇਸ ਹਿਸਾਬ ਨਾਲ ਟੈਕਸ ਲਓ, ਤੇ ਉਹ 100% ਪੈਸਾ ਜਿਹੜਾ ਉਹ ਪੰਜਾਬ ਦੇ ਖਜ਼ਾਨੇ 'ਚ ਆ ਜੇ, ਤੇ ਉਹ 100% ਹੈ ਜਿਹੜਾ ਉਹ ਮੁੜ ਕੇ ਲੋਕਾਂ ਦੀ ਵੈਲਫੇਅਰ ਦੇ ਉੱਪਰ ਉਹ ਸਵਾਇਆ ਡੂਡਾ ਕਰਕੇ ਲੱਗ ਜੇ। ਆਹੀ ਹੈ ਸਰਕਾਰ ਚਲਾਉਣਾ। ਹੋਰ ਹੈ ਕੀ? ਪੰਜਾਬ ਦੀਆਂ ਜਿੰਨੀਆਂ ਲਾਮਤਾਂ ਨੇ, ਜਿੰਨੀਆਂ ਮੈਂ ਤੁਹਾਨੂੰ ਗਿਣਾਈਆਂ ਨੇ, ਕਿ ਅੱਜ ਕਿਸਾਨ ਕਰਜ਼ਿਆਂ ਕਰਕੇ ਖੁਦਕੁਸ਼ੀਆਂ ਕਰ ਰਿਹਾ, ਅੱਜ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ, ਉਹ ਇੱਥੋਂ ਸਾਰਾ ਕੁਝ ਵੇਚ ਵੱਟ ਕੇ ਬਾਹਰ ਨੂੰ ਭੱਜ ਰਹੇ ਨੇ, ਅੱਜ ਹੈਲਥ ਔਰ ਐਜੂਕੇਸ਼ਨ ਸਿਸਟਮ ਕੋਲੈਪਸ ਹੋਇਆ ਪਿਆ, ਅੱਜ ਸਾਰੇ ਮੁਲਾਜ਼ਮ ਸੜਕਾਂ ਦੇ ਉੱਪਰ ਨੇ। ਇਹਦਾ ਰੀਜ਼ਨ ਕੀ ਹੈ? ਅਲਟੀਮੇਟਲੀ ਇਹਨਾਂ ਸਾਰੀਆਂ ਚੀਜ਼ਾਂ ਦਾ ਰੀਜ਼ਨ ਹੈ ਜਿਹੜਾ, ਕਾਰਨ ਇੱਕੋ ਹੀ ਹੈ, ਤੇ ਉਹ ਹੈ ਕਰਪਸ਼ਨ, ਉਹ ਹੈ ਠੱਗੀ ਠੋਰੀ, ਉਹ ਹੈ ਮਾੜੀਆਂ ਨੀਤਾਂ ਵਾਲੇ ਲੀਡਰ। ਜਿਸ ਦਿਨ ਮੈਂ ਤੁਹਾਨੂੰ ਕਹਿ ਰਿਹਾ, ਮੈਂ ਗਰੰਟੀ ਨਾਲ ਕਹਿਣਾ ਤੁਹਾਨੂੰ, ਤੁਸੀਂ ਅੱਜ ਯੂ ਮਾਰਕ ਮਾਈ ਵਰਡਸ, ਤੁਸੀਂ ਮੇਰੇ ਸ਼ਬਦ, ਇਹ ਸਮਾਂ, ਇਹ ਦਿਨ ਨੋਟ ਕਰਕੇ ਰੱਖ ਲਓ। ਪੰਜਾਬ ਦੇ ਵਿੱਚੋਂ ਰੇਤ ਮਾਫੀਆ, ਬਿਜਲੀ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ ਤੇ ਇੱਕ ਜਨਰਲ ਕਰਪਸ਼ਨ ਜਿਹੜੀ ਚੱਲਦੀ ਹੈ, ਆਹ 5 ਮਹਿਕਮੇ ਤੁਹਾਨੂੰ ਮੈਂ ਦੱਸੇ ਨੇ। 5 ਮਹਿਕਮਿਆਂ ਦੇ ਵਿੱਚੋਂ ਐਡੀਸ਼ਨਲ ਜੇ ਨਾ 50,000 ਕਰੋੜ ਰੁਪਇਆ ਅਸੀਂ ਆਮ ਆਦਮੀ ਪਾਰਟੀ ਨੇ ਜਨਰੇਟ ਕਰਕੇ ਦਿੱਤਾ ਨਾ, ਤਾਂ ਮੇਰਾ ਨਾਮ ਬਦਲ ਦਿਓ। ਜੇ 50,000 ਕਰੋੜ ਰੁਪਇਆ 1 ਸਾਲ ਦੇ ਵਿੱਚੋਂ ਜਨਰੇਟ ਹੋਊਗਾ, ਖਜ਼ਾਨੇ ਦੇ ਵਿੱਚ ਆਊਗਾ, 5 ਸਾਲਾਂ 'ਚ 2.5 ਲੱਖ ਕਰੋੜ ਹੋ ਗਿਆ। ਤੇ 2.5 ਲੱਖ ਕਰੋੜ ਨਾਲ ਭਾਈ ਸਾਹਿਬ ਕਿਸਾਨੀ ਨੂੰ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਲਿਜਾ ਕੇ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ। ਇੰਡਸਟਰੀ ਨੂੰ ਇਨਸੈਂਟਿਵ ਦੇ ਕੇ ਇੰਡਸਟਰੀ ਲਿਆਂਦੀ ਜਾ ਸਕਦੀ ਹੈ, ਉਹਦੇ ਨਾਲ ਜੌਬ ਕ੍ਰੀਏਸ਼ਨ ਹੈ ਜਿਹੜੀ ਉਹ ਹੋ ਸਕਦੀ ਹੈ। ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ, ਸਕੂਲ ਕਾਲਜ ਹਸਪਤਾਲ ਬਣਾਉਣੇ ਕੀ ਔਖੇ ਨੇ? ਅਲਟੀਮੇਟਲੀ ਪੈਸੇ ਦਾ ਕੰਮ ਤਾਂ ਪੈਸੇ ਨਹੀਂ ਕਰਨਾ ਹੈ, ਇਹ ਸਾਰਾ ਕੁਝ ਹੋ ਸਕਦਾ ਹੈ। ਆਹੀ ਇੱਕ ਫਾਰਮੂਲਾ ਹੈ। ਇਹਦੇ 'ਚ ਰਾਕਟ ਸਾਇੰਸ ਕੀ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਨੂੰ ਤਾਂ 5 ਸਾਲਾਂ ਦੇ ਵਿੱਚ, ਮੈਂ ਚਾਹੇ ਇਹਨਾਂ ਦੇ ਕੈਪਟਨ ਸਾਹਿਬ ਸੀਗੇ, ਚਾਹੇ ਸਿੱਧੂ ਸਾਹਿਬ ਨੇ, ਚਾਹੇ ਚੰਨੀ ਸਾਹਿਬ ਨੇ, ਚਾਹੇ ਸੁਖਬੀਰ ਬਾਦਲ ਜੀ ਨੇ, ਇੰਨੇ ਸਾਲ ਹੋ ਗਏ ਇਹਨਾਂ ਨੂੰ ਰਾਜ ਕਰਦਿਆਂ, ਇਹਨਾਂ ਨੂੰ ਜਿਹੇ ਤੱਕ ਐ ਨਹੀਂ ਪਤਾ ਲੱਗੇ ਵੀ ਸਰਕਾਰ ਕਿਵੇਂ ਚਲਾਉਣੀ ਹੈ। ਮੇਰੇ ਨਾਲ ਤੁਸੀਂ ਇਹਨਾਂ ਦਾ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਯਾਦਵਿੰਦਰ ਜੀ ਜਾਓ ਇਹਨਾਂ ਕੋਲ, ਕਿਉਂ ਅਮਨ ਤੁਹਾਨੂੰ ਚੈਲੰਜ ਕਰਦਾ, ਡਿਬੇਟ ਕਰੋ ਮੇਰੇ ਨਾਲ। ਜੇ 5 ਸਾਲਾਂ 'ਚ ਮੈਂ ਸਮਝ ਸਕਦਾ ਤੇ ਇਹਨਾਂ ਦੇ ਪੱਲੇ ਨਹੀਂ ਪਈ ਹੈਗੀ ਗੱਲ ਵੀ ਸਰਕਾਰ ਕਿਵੇਂ ਚਲਾਉਣੀ ਹੈ। ਜੇ ਇਹਨਾਂ ਦੇ ਪੱਲੇ ਨਹੀਂ ਪਈ ਹੈਗੀ ਤਾਂ ਉਹਦੇ 'ਚ ਰੀਜ਼ਨ 2 ਹੀ ਨੇ, ਜਾਂ ਤਾਂ ਇਹਨਾਂ ਦੀ ਨੀਅਤ ਮਾੜੀ ਹੈ, ਇਹ ਕਰਨਾ ਨਹੀਂ ਚਾਹੁੰਦੇ ਹੈਗੇ, ਤੇ ਜਾਂ ਇਹ ਮੰਦਬੁੱਧੀ ਨੇ, ਇਹ ਇਨਕੰਪੀਟੈਂਟ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਸਰਕਾਰ ਕਿਵੇਂ ਚਲਾਉਣੀ ਹੈ। ਕਿੱਡਾ ਔਖਾ ਕੰਮ ਹੈ ਜੀ, ਪਰ ਬਸ਼ਰਤੇ ਇੱਕ ਕਿ ਤੁਹਾਡੀ ਨੀਅਤ, ਤੁਹਾਡੀ ਨੀਤੀ, ਤੁਹਾਡੀ ਵਿਜ਼ਨ ਉਹ ਬਿਲਕੁਲ ਕਲੀਨ, ਉਹ ਬਿਲਕੁਲ ਸਪਸ਼ਟ ਹੋਣੀ ਚਾਹੀਦੀ ਹੈ। ਤੁਸੀਂ ਆਪ ਸਾਫ਼ ਹੋਣੇ ਚਾਹੀਦੇ ਹੋ। ਤੁਹਾਨੂੰ ਜਿਹੜੀ ਪੈਸੇ ਕਮਾਉਣ ਦੀ ਤਮਾ ਔਰ ਹਵਸ ਇਹਨਾਂ ਨੂੰ ਜਾਗੀ ਹੋਈ ਹੈ ਨਾ, ਉਹ ਜਦੋਂ ਤੱਕ ਇਹ ਨਹੀਂ ਮਾਰਦੇ ਹੈਗੇ ਉਦੋਂ ਤੱਕ ਪੰਜਾਬ ਦੁਬਾਰਾ ਮੁੜ ਪੰਜਾਬ ਨਹੀਂ ਬਣ ਸਕਦਾ। ਸੋ ਇਸ ਕਰਕੇ ਬਹੁਤਾ ਹੀ ਸੌਖਾ ਹੈ ਜੇ ਦਿੱਲੀ ਦੇ ਵਿੱਚ ਜਿਹੜੀ ਕਿ ਅੱਧੀ ਸਰਕਾਰ ਹੈ, ਜੇ ਉੱਥੇ ਅਰਵਿੰਦ ਕੇਜਰੀਵਾਲ 5 ਸਾਲਾਂ ਦੇ ਵਿੱਚ ਦਿੱਲੀ ਦਾ ਬਜਟ ਡਬਲ ਕਰ ਸਕਦੇ ਨੇ, 31,000 ਕਰੋੜ ਤੋਂ ਵਧਾ ਕੇ 65,000 ਕਰੋੜ ਕਰ ਸਕਦੇ ਨੇ, ਜਿੱਥੇ ਨਾ ਤਾਂ ਰੇਤ ਮਾਫੀਆ ਚੱਲਦਾ ਹੈ, ਨਾ ਸ਼ਰਾਬ ਮਾਫੀਆ ਚੱਲਦਾ, ਜੇ ਉੱਥੇ ਡਬਲ ਕੀਤਾ ਜਾ ਸਕਦਾ ਹੈ, ਤੇ ਇੱਥੇ ਜਿਹੜੀ ਕਿ ਫੁੱਲ ਫਲੈਜਡ ਸਟੇਟ ਹੈ,
ਇੱਥੇ ਕਿਉਂ ਨਹੀਂ ਡਬਲ ਹੋ ਸਕਦਾ, ਕਿਉਂ ਨਹੀਂ ਟ੍ਰਿਪਲ ਹੋ ਸਕਦਾ ਹੈਗਾ? ਤੇ ਇੱਥੇ ਕਰਦੇ ਕੀ ਨੇ 5 ਸਾਲਾਂ ਦੇ ਵਿੱਚ? ਜਦੋਂ 17 ਦੇ ਵਿੱਚ ਆਏ ਸੀਗੇ, ਪੰਜਾਬ ਦਾ ਡੈਟ ਕਰਜ਼ਾ ਸੀਗਾ 1,92,000 ਕਰੋੜ, ਤੇ ਹੁਣ ਇਹਨਾਂ ਨੇ ਬਾਬਰ ਸ਼ੇਰਾਂ ਨੇ ਕਿੰਨਾ ਕਰਤਾ 22 ਦੇ ਵਿੱਚ 2,96,000 ਕਰੋੜ। 5 ਸਾਲ ਦੀ ਟਰਮ ਦੇ ਵਿੱਚ ਭਾਈ ਸਾਹਿਬ 1,04,000 ਕਰੋੜ ਦਾ ਕਰਜ਼ਾ ਇਹਨਾਂ ਨੇ ਪੰਜਾਬ ਤੇ ਚੜ੍ਹਤਾ। ਤੇ ਇਹ ਕੰਪੀਡੈਂਟ ਨੇ, ਇਹ ਇਮਾਨਦਾਰ ਨੇ। ਤੁਸੀਂ ਪਹਿਲਾਂ ਮਨਪ੍ਰੀਤ ਬਾਦਲ ਹੁਣਾਂ ਨੂੰ ਨਹੀਂ ਦੱਸੀਆਂ ਵੀ ਇਸ ਤਰੀਕੇ ਨਾਲ ਖਜ਼ਾਨਾ ਭਰਿਆ ਵੀ ਜਾ ਸਕਦਾ, ਕਿਉਂਕਿ ਉਹ ਹਮੇਸ਼ਾ ਜਦੋਂ ਵੀ ਕੋਈ ਮਸਲਾ ਲੈ ਕੇ ਜਾਂਦਾ ਸੀ ਤੇ ਕਹਿੰਦੇ ਕਿ ਖਜ਼ਾਨਾ ਖਾਲੀ ਹੈ। ਦੂਜੇ ਬੰਨੇ ਸਿੱਧੂ ਹੁਣਾਂ ਨੇ ਵੱਡੇ ਵੱਡੇ ਵਾਅਦੇ ਕਰ ਦਿੱਤੇ, ਚਰਨਜੀਤ ਸਿੰਘ ਚੰਨੀ ਹੁਣੀ ਵੀ ਕਹਿੰਦੇ ਕਿ ਆਹ ਕਰ ਦਿਆਂਗੇ। ਨਾਲੇ ਮਸਲੇ ਕਿਹੜੇ ਰਹਿ ਗਏ ਪਿੱਛੇ, ਉਹ ਬੋਰਡ ਵੱਡੇ ਵੱਡੇ ਲੱਗੇ ਸੀ, ਘਰ ਘਰ ਚੱਲੀ ਗੱਲ, ਸੀਐਮ ਚੰਨੀ ਕਰਦਾ ਮਸਲੇ ਹੱਲ। ਤੁਹਾਡੇ ਲਈ ਤਾਂ ਮੈਨੂੰ ਲੱਗਦਾ ਛੱਡਣਾ ਹੀ ਨਹੀਂ ਕੁਝ ਉਹਨਾਂ ਨੇ। ਦੇਖੋ ਇਸ ਤਰ੍ਹਾਂ ਹੈ ਕਿ ਚਲੋ ਸ਼ਗੂਫੇ ਤਾਂ ਜਿੰਨੇ ਮਰਜ਼ੀ ਛੱਡ ਲਓ, ਮਨਪ੍ਰੀਤ ਬਾਦਲ ਜੀ ਮੈਨੂੰ 5 ਸਾਲ ਹੋ ਗਏ ਉਹਨਾਂ ਨੂੰ ਬਜਟ ਪੇਸ਼ ਕਰਦੇ ਨੂੰ, ਤੇ ਮੈਨੂੰ ਉਹਨਾਂ ਦੇ ਬਜਟ ਦੇ ਵਿੱਚੋਂ ਹੀ ਬਹੁਤ ਕੁਝ ਕੱਢ ਕੇ ਉਹਨਾਂ ਦੇ ਸਾਹਮਣੇ ਰੱਖਦੇ ਨੇ ਤੇ ਮੁੜ ਕੇ ਉਹ ਚੁੱਪ ਹੋ ਜਾਂਦੇ ਨੇ। ਆ ਪਿਛਲੇ ਹੁਣ ਜਿਸ ਦਿਨ ਹੋਰ ਤੁਸੀਂ ਹੈਰਾਨੀ ਦੇਖੋ, ਇੰਨੀ ਡਬਲ ਸਪੀਕਿੰਗ ਹੈ। ਚਲੋ ਤੁਸੀਂ ਮਨਪ੍ਰੀਤ ਜੀ ਗੱਲ ਛੇੜ ਲਈ, ਹੁਣ ਸਰਕਾਰ ਵਾਈਟ ਪੇਪਰ ਲੈ ਕੇ ਆਈ ਬਿਜਲੀ ਦੇ ਉੱਪਰ। ਮਨਪ੍ਰੀਤ ਬਾਦਲ ਜੀ ਨੇ ਉਹਨਾਂ ਦੇ ਬੇਸਿਕਲੀ ਕੋਈ ਕੰਮ ਹੁੰਦਾ ਕਿ ਅਰਬੀ ਦੇ ਵਿੱਚ, ਉਰਦੂ ਦੇ ਵਿੱਚ ਸ਼ੇਰੋ ਸ਼ਾਇਰੀ ਹੈ ਜਿਹੜੀ ਉਹ ਬਹੁਤ ਵਧੀਆ ਹੁੰਦੀ ਹੈ। ਜਦੋਂ ਬਜਟ ਐਂਡ ਹੋਣਾ ਹੁੰਦਾ ਉਹ 'ਚ ਅਖੀਰ ਦੇ ਉੱਪਰ ਇੱਕ ਅਲਾਮਾ ਇਕਬਾਲ ਸਾਹਿਬ ਦਾ ਇੱਕ ਸ਼ੇਅਰ ਦਰਜ ਹੁੰਦਾ। ਉਹ ਸ਼ੇਅਰ ਉਹੀ ਨੇ ਜਿਹੜੇ 2007 ਤੋਂ ਲੈ ਕੇ 10 ਵੇਲੇ ਵੀ ਉਹੀ ਸੀਗੇ, ਤੇ ਹੁਣ 17 ਤੋਂ ਲੈ ਕੇ 22 ਤੱਕ ਵੀ ਇੱਕੋ ਹੀ ਸ਼ੇਅਰ ਜਿਹੜਾ ਉਹ ਤੁਰਿਆ ਆਉਂਦਾ। ਤੇ ਇੱਕ ਉਹਨਾਂ ਨੇ ਇਸੇ ਦੇ ਬਿਜਲੀ ਵਾਲੇ ਮੁੱਦੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ, ਬਿਜਲੀ ਵਾਲੇ ਮੁੱਦੇ ਤੇ ਉਹ ਕਹਿੰਦੇ ਜੀ ਦੇਖੋ ਅਕਾਲੀ ਦਲ ਨੇ ਇਹ ਸਮਝੌਤੇ ਕੀਤੇ ਬਿਜਲੀ ਦੇ, ਨੋ ਡਾਊਟ ਕੀਤੇ। ਇਹਨਾਂ ਸਮਝੌਤਿਆਂ ਨਾਲ ਪੰਜਾਬ ਦਾ 50,000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਜੀ, ਪੰਜਾਬ ਦਾ ਖੂਨ ਚੂਸ ਲਿਆ ਜੀ, ਇਹ ਕਰ ਲਿਆ। ਤੇ ਜਦੋਂ ਬੋਲ ਹਟੇ ਸਾਰਾ ਕੁਛ, ਤੇ ਜਦੋਂ ਮੇਰੀ ਵਾਰੀ ਆਈ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਮਨਪ੍ਰੀਤ ਜੀ ਤੁਹਾਡੀ ਗੱਲ ਤਾਂ ਠੀਕ ਹੈ, ਇਹਨਾਂ ਨੇ ਖੂਨ ਪੰਜਾਬ ਦਾ ਚੂਸ ਲਿਆ, ਪਰ ਇਹ ਜਿਹੜੇ ਤੁਸੀਂ 3 ਐਗਰੀਮੈਂਟਾਂ ਦੀ ਗੱਲ ਕਰ ਰਹੇ ਹੋ, ਜਿਹੜੇ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਤਲਵੰਡੀ ਸਾਬੋ, ਰਾਜਪੁਰਾ ਤੇ GVK ਗੋਇੰਦਵਾਲ ਸਾਹਿਬ ਨਾਲ ਇਹਨਾਂ ਨੇ ਕੀਤੇ ਨੇ, ਉਹ ਕੀਤੇ ਕਦੋਂ ਨੇ? ਉਸ ਸਮੇਂ 2007 ਤੋਂ ਲੈ ਕੇ 2010 ਤੱਕ, ਉਸ ਸਮੇਂ ਪੰਜਾਬ ਨੇ 5 ਐਗਰੀਮੈਂਟ ਕੀਤੇ, 3 ਇਹਨਾਂ ਨਾਲ ਕੀਤੇ ਤੇ 2 ਕੀਤੇ ਸਾਸਨ ਰਿਲਾਇੰਸ ਦੇ ਨਾਲ, ਦੂਜਾ ਟਾਟਾ ਮੁੰਦਰਾ ਦੇ ਨਾਲ। ਸਾਸਨ ਰਿਲਾਇੰਸ ਦੇ ਨਾਲ ਕੀਤਾ 17 ਪੈਸੇ ਪਰ ਯੂਨਿਟ, ਰਿਲਾਇੰਸ ਮੁੰਦਰਾ ਦੇ ਨਾਲ ਕੀਤਾ 92 ਪੈਸੇ ਪਰ ਯੂਨਿਟ। ਜਿਹੜੇ ਪੰਜਾਬ ਦੇ ਵਿੱਚ ਕੀਤੇ ਉਹ ਇਹਨਾਂ ਨਾਲ ਤਲਵੰਡੀ ਸਾਬੋ ਵਾਲਿਆਂ ਨਾਲ ਕੀਤਾ 1 ਰੁਪਇਆ 82 ਪੈਸੇ, ਰਾਜਪੁਰੇ NPL ਨਾਲ ਕੀਤਾ 1 ਰੁਪਏ 42 ਪੈਸੇ, GVK ਗੋਇੰਦਵਾਲ ਸਾਹਿਬ ਦੇ ਨਾਲ ਕੀਤਾ 2 ਰੁਪਏ 42 ਪੈਸੇ। ਮੈਂ ਕਿਹਾ ਜਨਾਬ ਇਹ 5 ਐਗਰੀਮੈਂਟ ਉਦੋਂ ਹੋਏ ਨੇ ਜਦੋਂ ਤੁਸੀਂ ਖਜ਼ਾਨਾ ਮੰਤਰੀ ਸੀਗੇ, ਤੁਹਾਡੇ ਤਾਇਆ ਜੀ ਮੁੱਖ ਮੰਤਰੀ ਸੀਗੇ, ਤੁਹਾਡੀ ਕੈਬਨਿਟ ਨੇ ਉਸ ਸਮੇਂ ਪਾਸ ਕੀਤੇ ਸੀਗੇ, ਤੇ ਅੱਜ ਤੁਸੀਂ ਰੋਣਾ ਰੋ ਰਹੇ ਹੋ ਕਿ ਜੀ 50,000 ਕਰੋੜ ਦਾ ਇਹਨਾਂ ਨੇ ਚੂਨਾ ਲਾਤਾ। ਮੈਂ ਕਿਹਾ ਜੇ ਉਦੋਂ ਤੁਸੀਂ ਬੋਲੇ ਹੁੰਦੇ ਨਾ ਤੇ ਅੱਜ ਇਹ ਹਾਲ ਪੰਜਾਬ ਦੇ ਨਾ ਹੁੰਦੇ। ਤੁਹਾਡੀ ਉਹ 3 ਸਾਲ ਦੀ 2007 ਤੋਂ ਲੈ ਕੇ 2010 ਤੱਕ ਦੀ ਵਜ਼ੀਰੀ ਸੀ ਨਾ, ਜਿਹੜੀ ਫਾਈਨੈਂਸ ਮਿਨਿਸਟਰੀ ਸੀਗੀ, ਉਹ ਪੰਜਾਬ ਨੂੰ 50,000 ਕਰੋੜ ਰੁਪਏ ਦੇ ਵਿੱਚ ਪਏਗੀ। ਮੁੜ ਕੇ ਉਹਨਾਂ ਕੋਲ ਜਵਾਬ ਕੋਈ ਨਹੀਂ ਸੀਗਾ। ਹੁਣ ਗੱਲ ਇਹ ਹੈ ਕਿ ਜਦੋਂ ਤੁਸੀਂ ਲੁੱਟੀ ਜਾਂਦੇ ਹੋ, ਜਦੋਂ ਤੁਸੀਂ ਲੁਟਾਈ ਜਾਂਦੇ ਹੋ ਪੰਜਾਬ ਨੂੰ, ਮੁੜ ਕੇ ਇਕੱਲਾ ਦਰਦ ਜ਼ਾਹਰ ਕਰਨਾ ਸ਼ੁਰੂ ਕਰ ਦੋ ਤੇ ਐਂ ਕੰਮ ਚੱਲੂਗਾ, ਐਂ ਪੰਜਾਬ ਦਾ ਢਿੱਡ ਭਰ ਜੂਗਾ। ਚੰਨੀ ਸਾਹਿਬ ਨੇ ਘਰ ਘਰ ਗੱਲ ਤਾਂ ਚਲਾਤੀ, ਤੇ ਹੁਣ ਘਰ ਘਰ ਗੱਲ ਚੱਲੀ ਜਾਂਦੀ ਹੈ ਕਿ ਭਤੀਜੇ ਕੋਲੋਂ 10 ਕਰੋੜ ਰੁਪਇਆ ਮਿਲ ਗਿਆ। ਮੈਂ ਅੱਜ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਕਿ ਚੰਨੀ ਸਾਹਿਬ ਇਹੋ ਜਿਹਾ ਕਿਹਦਾ ਤਾਂ ਤੁਸੀਂ ਮੰਜਾ ਬੁਣਿਆ, ਕਿਹਦੀ ਮੱਝ ਦੇ ਤੁਸੀਂ ਸੂਆ ਲਾਇਆ, ਕਿਹਦਾ ਤੁਸੀਂ ਟੈਂਟ ਗੱਡਿਆ ਕਿ ਜਿਹਦੇ ਮਿਹਨਤਾਂ ਨਾਲ ਤੁਹਾਨੂੰ 10-10 ਕਰੋੜ ਰੁਪਇਆ ਦੇਈ ਜਾਂਦਾ? ਉਹ ਜਵਾਬ ਕੌਣ ਲਊਗਾ ਜੀ ਇਹਨਾਂ ਤੋਂ? ਸੋ ਇਸ ਕਰਕੇ ਕਹੀ ਇਹ ਜੋ ਮਰਜ਼ੀ ਜਾਣ, ਪਰ ਸਵਾਲ ਬਣਦੇ ਨੇ, ਪੰਜਾਬੀਆਂ ਨੂੰ ਕਰਨੇ ਚਾਹੀਦੇ ਨੇ, ਠੋਕੇ ਕਰਨੇ ਚਾਹੀਦੇ ਨੇ। ਜੇ ਹੁਣ ਨਾ ਕੀਤੇ ਤੇ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਲੋਕਾਂ ਨੂੰ ਘੇਰ ਘੇਰ ਕੇ ਪੁੱਛਣਗੇ ਵੀ ਜਦੋਂ ਇਹ ਕਾਲੇ ਅੰਗਰੇਜ਼ ਲੁੱਟ ਰਹੇ ਸੀ ਪੰਜਾਬ ਨੂੰ, ਉਦੋਂ ਤੁਸੀਂ ਸੁੱਤੇ ਪਏ ਸੀਗੇ। ਸੋ ਇਹ ਸਵਾਲ ਤਾਂ ਬਾਈ ਜੀ ਕਰਨੇ ਪੈਣਗੇ। ਖਜ਼ਾਨਾ ਭਰਨ ਦਾ ਫਾਰਮੂਲਾ ਕੀ ਹੈ ਤੁਹਾਡੇ ਕੋਲ? ਕਿਹੜੀਆਂ ਚੀਜ਼ਾਂ ਹੋਰ ਜਿਹੜੀਆਂ ਮੈਂ ਪੁੱਛਾਂ ਤਾਂ, ਜਿੱਦਾਂ ਕਿ ਉਹਨਾਂ ਵੱਲੋਂ ਵੀ ਇਹੀ ਦਾਅਵਾ ਕੀਤਾ ਜਾ ਰਿਹਾ ਸੀ, ਜਿਹੜੀਆਂ ਗੱਲਾਂ ਕਰ ਰਹੇ ਹੋ, ਗੱਲਾਂ ਫਿਰ ਉੱਥੇ ਹੀ ਆ ਜਾਂਦੀਆਂ। ਹਾਲਾਂਕਿ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ, ਇਹ ਵੀ ਚਰਚਾ ਚੱਲਦੀ ਹੈ ਕਿ ਬਹੁਤ ਵੱਡੇ ਪੱਧਰ ਤੇ ਵੇਵ ਸੀਗੀ, ਕਿਤੇ ਇਹ ਤਾਂ ਨਹੀਂ ਕਿ ਸੋਸ਼ਲ ਮੀਡੀਆ ਤੇ ਵੇਵ ਜਾਂ ਗਰਾਊਂਡ ਤੇ ਵੀ ਲੋਕ ਜੁੜੇ ਹੋਏ ਆ। ਮੈਂ ਤੁਹਾਨੂੰ ਖਜ਼ਾਨਾ ਭਰ ਦਾ ਫਾਰਮੂਲਾ ਜਿਹੜਾ ਉਹ ਮੈਂ ਦੱਸ ਦੇਣਾ ਤੁਹਾਨੂੰ। ਮੈਂ ਪਿਛਲੇ 5 ਸਾਲਾਂ ਦੇ ਵਿੱਚ 5 ਵਾਰੀ ਪ੍ਰਾਈਵੇਟ ਮੈਂਬਰ ਬਿੱਲ ਲਾ ਚੁੱਕਿਆ ਕਿ ਜੀ ਰੇਤ ਦੀ ਕਾਰਪੋਰੇਸ਼ਨ ਬਣਨੀ ਚਾਹੀਦੀ ਹੈ। ਮੈਂ 5 ਵਾਰੀ ਪ੍ਰਾਈਵੇਟ ਮੈਂਬਰ ਬਿੱਲ ਲਾ ਚੁੱਕਿਆ ਕਿ ਜੀ ਸ਼ਰਾਬ ਦੀ ਕਾਰਪੋਰੇਸ਼ਨ ਜਿਹੜੀ ਉਹ ਬਣਨੀ ਚਾਹੀਦੀ ਹੈ।
ਮੈਂ ਕਈ ਵਾਰੀ ਮਤੇ ਲਿਆ ਚੁੱਕਿਆ ਕਿ ਜੀ ਜਿਹੜਾ PPAs ਹੋਏ ਨੇ ਗਲਤ ਹੋਏ ਨੇ ਉਹਨਾਂ ਦੀ ਕਾਰਪੋਰੇਸ਼ਨ ਹੈ ਜਿਹੜੀ ਉਹ ਬਣਨੀ ਚਾਹੀਦੀ ਹੈ, ਉਹ ਰਿਵਿਊ ਹੋਣੇ ਚਾਹੀਦੇ ਨੇ ਉਹ। ਮੈਂ ਕਈ ਵਾਰੀ 2017 ਦੇ ਵਿੱਚ ਹੀ ਜਦੋਂ ਪਹਿਲਾ ਸਾਲ ਹੀ ਸੀਗਾ ਮੇਰਾ, ਉਸੇ ਸਾਲ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਇਆ ਸੀਗਾ, ਕੌਨਫਲਿਕਟ ਆਫ ਇੰਟਰਸਟ ਬਿੱਲ ਕਹਿੰਦੇ ਨੇ ਉਹਨੂੰ, ਵੀ ਇੱਕ ਤੁਸੀਂ ਅਜਿਹੇ ਨਾਮਵਰ 2 ਹਾਈ ਕੋਰਟ ਦੇ ਜੱਜ ਪਾਲੋ, ਸੀਨੀਅਰ ਮੋਸਟ, ਜੁਡੀਸ਼ਰੀ ਦੇ ਵਿੱਚੋਂ, ਲਾਅ ਦੇ ਵਿੱਚੋਂ, ਮੀਡੀਆ ਦੇ ਵਿੱਚੋਂ, ਸਮਾਜ ਦੇ ਵਿੱਚੋਂ 5 ਬੰਦੇ ਇਹੋ ਜਿਹੇ ਇੱਕ ਤੁਸੀਂ ਜਿਹੜਾ ਉਹ ਬਣਾ ਦਿਓ, ਕਮਿਸ਼ਨ ਬਣਾ ਦਿਓ, ਜਿਹੜਾ ਕਿ ਜੇ ਕੋਈ MLA ਜਾਂ ਮੰਤਰੀ ਇਹ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਆਪਦਾ ਘਰ ਭਰਦਾ ਹੋਵੇ ਤੇ ਕੋਈ ਬੰਦਾ ਪੰਜਾਬ ਦਾ ਉੱਠ ਕੇ ਉਹਦੇ 'ਚ ਕੰਪਲੇਂਟ ਪਾਵੇ, ਉਹ 6 ਮਹੀਨੇ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਕਰਨ, ਤੇ ਜੇ ਉਹ ਪਾਇਆ ਜਾਂਦਾ MLA ਮੰਤਰੀ ਤੇ ਉਹਨੂੰ ਉਹਦੀ MLA-ਸ਼ਿਪ ਤੋਂ ਬਰਖਾਸਤ ਕਰ ਦਿੱਤਾ ਜਾਵੇ, ਡਿਸਕੁਆਲੀਫਾਈ ਕਰ ਦਿੱਤਾ ਜਾਵੇ। ਇਹ 'ਚ ਕੀ ਗਲਤ ਹੈ ਜੀ? ਇਹਨਾਂ ਨੇ ਸੁਣੀ ਵੀ ਨਹੀਂ ਹੈਗੀ। ਸੋ ਇਸ ਕਰਕੇ ਫਾਰਮੂਲਾ ਬੜਾ ਸਪਸ਼ਟ ਹੈ ਕਿ ਜਿਹੜੀ ਠੱਗੀ ਠੋਰੀ, ਜਿਹੜੀਆਂ ਕਰਪਸ਼ਨਾਂ ਚੱਲ ਰਹੀਆਂ ਨੇ, ਲੋਕਾਂ ਤੋਂ ਪੈਸਾ ਲੁੱਟਿਆ ਜਾਂਦਾ ਹੈ। ਪੰਜਾਬ ਦੇ ਲੋਕ ਪੈਸਾ ਦੇਣ ਦੇ ਵਿੱਚ ਕਸਰ ਥੋੜ੍ਹਾ ਛੱਡਦੇ ਨੇ, ਸਰਕਾਰ ਦੇ ਖਜ਼ਾਨੇ ਭਰਨ ਦੇ ਵਿੱਚ ਕਸਰ ਥੋੜ੍ਹਾ ਛੱਡਦੇ ਨੇ, ਪਰ ਜਦੋਂ ਘਰ ਹੀ ਇਹਨਾਂ ਨੇ ਆਪੋ ਆਪਣੇ ਘਰਾਂ ਨੂੰ ਏਡੇ ਵੱਡੇ ਵੱਡੇ ਲਾਏ ਹੋਏ ਨੇ ਤੇ ਫਿਰ ਖਜ਼ਾਨਾ ਤਾਂ ਖਾਲੀ ਹੋਣਾ ਹੀ ਹੈ। 5 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕਹਿ ਸਕਦਾ, 5 ਸਾਲਾਂ ਦੇ ਵਿੱਚ ਆਹ ਸਾਰੇ ਦੇ ਸਾਰੇ ਸਿਸਟਮ ਨੂੰ, ਜਿੰਨਾ ਡੈਟ ਹੈ, ਜਿੰਨਾ ਕਰਜ਼ਾ ਹੈ, ਉਹ ਜੇ ਸਾਰਾ ਨਾ ਸਹੀ ਤਾਂ ਘੱਟੋ ਘੱਟ 70-80%, 60% ਉਹ ਉਤਾਰਿਆ ਜਾ ਸਕਦਾ ਹੈ। ਹੈਲਥ ਔਰ ਐਜੂਕੇਸ਼ਨ ਸਿਸਟਮ ਨੂੰ ਦਰੁਸਤ ਕੀਤਾ ਜਾ ਸਕਦਾ ਹੈ। ਇੰਪਲੋਇਮੈਂਟ ਦੀਆਂ ਹਜ਼ਾਰਾਂ ਲੱਖਾਂ ਓਪਰਚੁਨਿਟੀਜ਼ ਨੇ ਜਿਹੜੀਆਂ ਉਹ ਜਨਰੇਟ ਕੀਤੀਆਂ ਜਾ ਸਕਦੀਆਂ ਨੇ। ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਲਈ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਚੱਲਿਆ ਜਾ ਸਕਦਾ ਹੈ। ਸਾਰਾ ਕੁਝ ਹੋ ਸਕਦਾ ਹੈ, ਬਸ਼ਰਤੇ ਸਿਰਫ ਔਰ ਸਿਰਫ ਮੈਂ ਤੁਹਾਡੇ ਤੋਂ ਗੱਲ ਪੁੱਛਦਾ, ਭਾਈ ਸਾਹਿਬ, ਸਪੋਜ਼ ਤੁਸੀਂ ਜਾਂ ਮੈਂ ਆਪਾਂ X ਅਮਾਊਂਟ ਕਮਾਉਂਦੇ ਹਾਂ 1 ਮਹੀਨੇ ਦੇ ਵਿੱਚ, X ਅਮਾਊਂਟ ਜੇ ਆਪਾਂ ਆਪਦੇ ਘਰ 'ਚ ਆਪਦੇ ਬੱਚਿਆਂ ਦੇ ਵਿੱਚ ਲੈ ਜਾਂਦੇ ਹਾਂ ਸਾਰੀ ਤਾਂ ਆਪਣਾ ਪਰਿਵਾਰ ਖੁਸ਼ਹਾਲ ਹੈ। ਜੇ ਤੁਸੀਂ ਤੇ ਮੈਂ ਆਪਾਂ ਆਪਦੇ ਘਰ, ਆਪਦੇ ਪਰਿਵਾਰ, ਆਪਦੇ ਬੀਵੀ ਬੱਚਿਆਂ ਪ੍ਰਤੀ ਬੇਈਮਾਨ ਹੋ ਜਾਈਏ ਵੀ ਜੇ ਅੱਧੇ ਤਾਂ ਅਸੀਂ ਬਾਹਰ ਕਿਸੇ ਹੋਰ ਨੂੰ ਹੀ ਫੜਾਇਆ ਆਉਣੇ ਨੇ, ਖਰਾਬ ਕਰੇ ਆਉਣੇ ਨੇ, ਤੇ ਆਪਣੇ ਬੀਵੀ ਬੱਚੇ ਖੁਸ਼ਹਾਲ ਹੋ ਜਾਣਗੇ, ਆਪਣਾ ਘਰ ਖੁਸ਼ਹਾਲ ਹੋ ਜਾਊਗਾ? ਨਹੀਂ ਹੋ ਸਕਦਾ। ਸਰਕਾਰ ਵੀ ਆਹੀ ਚੀਜ਼ ਹੈ, ਹੋਰ ਸਰਕਾਰ ਕੀ ਹੈ? ਸੋ ਇਹ ਜਦੋਂ ਲੁੱਟ ਦਾ ਦੌਰ ਚੱਲ ਰਿਹਾ ਹੈ, ਠੀਕ ਹੈ ਨਾ, ਬਹਿਤੀ ਗੰਗਾ 'ਚ ਸਾਰੇ ਨਹਾ ਰਹੇ ਨੇ, ਡੁਬਕੀਆਂ ਮਾਰ ਰਹੇ ਨੇ, ਠੀਕ ਹੈ ਨਾ, ਤੇ ਫਿਰ ਪੰਜਾਬ ਦਾ ਤਾਂ ਹਵਾਲਾ ਹੋਣਾ ਹੀ ਸੀਗਾ ਜੋ ਇਹਨਾਂ ਨੇ ਕਰਤਾ। ਕੋਈ ਰਾਕਟ ਸਾਇੰਸ ਨਹੀਂ ਹੈ, ਬੜਾ ਸਿੰਪਲ ਇੱਕ ਲੌਜਿਕ ਹੈ, ਤੇ ਇਹਨਾਂ ਤੋਂ ਇਹ ਹੋਣਾ ਨਹੀਂ ਹੈਗਾ। ਅਕਾਲੀਆਂ, ਕਾਂਗਰਸੀਆਂ, BJP ਵਾਲਿਆਂ ਤੋਂ ਇਹ ਹੋਣਾ ਨਹੀਂ ਹੈਗਾ। ਉਹ ਕਿਉਂ ਨਹੀਂ ਹੋਣਾ? ਉਹਦਾ ਰੀਜ਼ਨ ਸੁਣੋ। ਇਹ ਸਾਰੇ ਦੇ ਸਾਰੇ ਮਾਫੀਆਜ਼ ਤੋਂ, ਇਹ ਸਾਰੇ ਦੇ ਸਾਰੇ ਅਫਸਰਾਂ ਤੋਂ, ਜਿਹੜੇ ਲੋਕ, ਦੇਖੋ ਅਲਟੀਮੇਟਲੀ ਹਰ ਕੋਈ ਇਮਾਨਦਾਰ ਨਹੀਂ ਹੁੰਦਾ, ਹਰ ਕੋਈ ਬੇਈਮਾਨ ਨਹੀਂ ਹੁੰਦਾ। ਇਹ ਜਿਹੜਾ ਲੁੱਟ ਦਾ ਦੌਰ ਚੱਲਦਾ ਹੈ, ਉਹਦੇ 'ਚ ਇੱਕ ਨੈਕਸਸ ਬਣਦਾ ਹੁੰਦਾ ਹੈ। ਨੈਕਸਸ ਪੈਟਰਨੇਜ ਹੁੰਦੀ ਹੈ, ਥਾਪੀ ਹੁੰਦੀ ਹੈ, ਇਸ਼ਾਰਾ ਹੁੰਦਾ ਹੈ ਪੋਲੀਟੀਕਲ ਲੀਡਰਾਂ ਦਾ। ਨੀਤੀਆਂ ਬਣਾਈਆਂ ਜਾਂਦੀਆਂ ਨੇ ਅਫਸਰਾਂ ਵੱਲੋਂ, ਤੇ ਉਹਨੂੰ ਐਗਜ਼ੀਕਿਊਟ ਕਰਦਾ ਮਾਫੀਆ ਜਾਂ ਇਹਨਾਂ ਦੇ ਚਹੇਤੇ। ਇਹਨਾਂ ਤੋਂ ਇਹ ਹੋਣਾ ਨਹੀਂ ਹੈਗਾ, ਕਿਉਂਕਿ ਇਹ ਜਿਹੜੇ ਹੁਣ ਦੇ ਮੌਜੂਦਾ ਲੀਡਰ ਨੇ, ਚਾਹੇ ਕਾਂਗਰਸ ਦੇ ਨੇ, ਅਕਾਲੀ ਦਲ ਦੇ ਨੇ, BJP ਦੇ ਨੇ, ਉਹ ਇਸ ਸਿਸਟਮ ਤੋਂ ਆਪ ਕਾਣੇ ਨੇ। ਜਿਹੜਾ ਆਪ ਕਾਣਾ ਹੋਊਗਾ ਉਹ ਦੂਜੇ ਨੂੰ ਰੋਕ ਨਹੀਂ ਪਾਊਗਾ। ਇਹ ਉਹੀ ਬੰਦਾ ਰੋਕ ਪਾਊਗਾ ਜਿਹੜਾ ਆਪ ਕਾਣਾ ਨਹੀਂ ਹੋਊਗਾ। ਜਿਹੜੀ ਪਾਰਟੀ, ਜਿਹੜਾ ਲੀਡਰ ਆਪ ਕਾਣਾ ਨਹੀਂ ਹੋਊਗਾ, ਇਹ ਉਹੀ ਰੋਕ ਸਕੂਗਾ। ਜਿਹੜੇ ਆਪ ਕਾਣੇ ਨੇ ਉਹ ਕਿਵੇਂ ਰੋਕ ਲੈਣਗੇ? ਔਰ ਇਹ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਪੱਟੀਆਂ ਕਰਕੇ ਜਾਂ ਬੈਂਡੇਜ ਕਰਕੇ ਪੰਜਾਬ ਨਹੀਂ ਬਚਣਾ ਹੈਗਾ। ਇੱਕ ਵਾਰ ਤਾਂ ਚੀਰਾ ਦੇਣਾ ਪਊਗਾ। ਉਹ ਔਖਾ ਦਵਾ ਲਓ, ਉਹ ਸੌਖਾ ਦਵਾ ਲਓ। ਜਦੋਂ ਤੱਕ ਇਸ ਕਰਪਟ ਸਿਸਟਮ ਨੂੰ ਚੀਰਾ ਨਹੀਂ ਦਿੱਤਾ ਜਾਂਦਾ ਹੈਗਾ ਪੋਲੀਟੀਕਲ ਪਾਰਟੀਆਂ ਵੱਲੋਂ, ਸਰਕਾਰ ਵੱਲੋਂ, ਉਦੋਂ ਤੱਕ ਇਹ ਸਿਸਟਮ ਦਰੁਸਤ ਨਹੀਂ ਹੋਣਾ ਹੈਗਾ। ਨਸ਼ੇ ਦਾ ਮੁੱਦਾ ਜਿਹੜਾ ਬਹੁਤ ਵੱਡਾ ਮੁੱਦਾ, ਨਸ਼ੇ ਦਾ, ਚਿੱਟੇ ਦੀ ਗੱਲ ਕੀਤੀ ਜਾਵੇ, ਡਰੱਗਸ ਦੀ ਗੱਲ ਕੀਤੀ ਜਾਵੇ, ਸੁਨਾਮ ਦੇ ਵਿੱਚ ਮੈਂ ਹਾਲਾਂਕਿ ਕੁਲਤਾਰ ਸਿੰਘ ਸੰਧਵਾ ਹੁਣਾਂ ਦਾ ਇੰਟਰਵਿਊ ਕਰਕੇ ਆਇਆ ਸੀ। ਉਹ ਕਹਿੰਦੇ ਓਪਨਲੀ, ਉਹਨਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਓਪਨਲੀ ਚਿੱਟਾ ਵਿਕਦਾ, ਮੈਂ ਜਾ ਕੇ ਪੁਲਿਸ ਨੂੰ ਵੀ ਕਿਹਾ ਪਰ ਕੋਈ ਸੁਣਵਾਈ ਨਹੀਂ। ਤੁਹਾਡੇ ਇੱਧਰ ਵੀ ਹੁੰਦਾ ਕੁਛ? ਸਾਰੇ ਕਿਤੇ ਇਹੀ ਕੁਛ ਹੈ ਜੀ, ਸਾਰੇ ਕਿਤੇ ਇਹੀ ਕੁਛ ਹੈ। ਨੈਕਸਸ ਹੈ ਉਸੇ ਤਰੀਕੇ ਨਾਲ ਚੱਲ ਰਿਹਾ ਹੈ, ਮਾਫੀਆ ਦਾ ਉਸੇ ਤਰੀਕੇ ਨਾਲ ਚੱਲ ਰਿਹਾ ਹੈ, ਉਸੇ ਤਰੀਕੇ ਨਾਲ ਜਿਹੜੇ ਡਰੱਗ ਡੀਲਰਸ ਨੇ ਉਹ ਚੱਲ ਰਹੇ ਨੇ, ਉਸੇ ਤਰੀਕੇ ਨਾਲ ਪੁਲਿਸ ਉਹਨਾਂ ਨੂੰ ਪੈਟਰੇਨੇਜ ਕਰ ਰਹੀ ਹੈ। ਪੁਲਿਸ ਵਾਲਿਆਂ ਤੋਂ ਉਹਨਾਂ ਨੂੰ ਛਡਾਉਣ ਵਾਲੇ ਕਾਂਗਰਸ ਦੇ ਲੀਡਰ ਹੁੰਦੇ ਨੇ। ਉਹੀ ਕੁਛ ਹੈ ਜੋ ਪਹਿਲਾਂ ਚੱਲ ਰਿਹਾ, ਉਹੀ ਅੱਜ ਚੱਲ ਰਿਹਾ। ਸੋਲਿਡ ਪਲਾਨ ਕੀ ਹੈ ਉਹਦੇ ਲਈ? ਸੋਲਿਡ ਪਲਾਨ ਬੜਾ ਸਪਸ਼ਟ ਹੈ ਜੀ। ਸੋਲਿਡ ਪਲਾਨ ਇਹੀ ਹੈ ਕਿ ਜਿੰਨੀ ਉਹਦੀ ਜਿੱਥੋਂ ਆਉਂਦਾ ਉਹ, ਚਾਹੇ ਉਹ ਇੰਟਰਨੈਸ਼ਨਲ ਬਾਰਡਰ ਹੈ, ਚਾਹੇ ਆਪਣਾ ਕੋਈ ਨੈਸ਼ਨਲ ਬਾਰਡਰ ਹੈ, ਅਤੇ ਚਾਹੇ ਜਿੰਨੀ ਹੁਣ ਜਿਹੜੇ ਸਿੰਥੈਟਿਕ ਡਰੱਗਸ ਨੇ, ਇਹ ਕੋਈ ਪਾਕਿਸਤਾਨ ਤੋਂ ਥੋੜ੍ਹਾ ਆਉਂਦੇ ਨੇ।
ਇਹ ਪੰਜਾਬ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਜਾਂ ਬੱਦੀ ਦੇ ਵਿੱਚ ਇਹਨਾਂ ਇੰਡਸਟਰੀਆਂ ਦੇ ਵਿੱਚ ਵੱਜਦੇ ਨੇ। ਕੀ ਸਰਕਾਰ ਨੂੰ ਇਹ ਨਹੀਂ ਪਤਾ ਹੈਗਾ ਵੀ ਕਿੱਥੋਂ ਆਉਂਦਾ ਹੈ? ਨੰਬਰ 1 ਸਪਲਾਈ ਚੇਨ ਹੈ ਜਿਹੜੀ ਉਹ ਟੁੱਟਣੀ ਚਾਹੀਦੀ ਹੈ। ਜਿਹੜੇ ਹੁਣ ਹਜ਼ਾਰਾਂ ਕਹਿ ਦਿੰਦੇ ਨੇ ਕਿ ਅਸੀਂ ਪਰਚੇ ਦਰਜ ਕਰਤੇ, ਉਹ ਪਰਚੇ ਦਰਜ ਕਿਹਦੇ ਕਰ ਦਿੰਦੇ ਨੇ? ਜਿਹਦੇ ਕੋਲ ਕਿਸੇ ਕੋਲੋਂ ਇੱਕ ਭੋਰਾ ਮਿਲਿਆ ਹੁੰਦਾ ਹੈ, ਠੀਕ ਹੈ ਨਾ, ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ, ਪਰਚਾ ਦਰਜ ਕਰ ਦਿੰਦੇ ਨੇ। ਜਿਹੜਾ ਵੱਡਾ ਸਪਲਾਇਰ ਇਹਨਾਂ ਦਾ, ਉਹ ਤਾਂ ਪੰਜਾਬ ਦੇ ਵਿੱਚ ਅੱਜ ਤੱਕ ਇੱਕ ਦੱਸ ਦਿਓ ਇਹਨਾਂ ਨੇ ਫੜਿਆ ਹੋਵੇ। ਇਹਦੇ 2 ਪ੍ਰੋਂਗਡ ਸਟ੍ਰੈਟਜੀ ਹੈ ਜਿਹੜੀ ਇਹਦੇ ਵਿੱਚ ਉਹ ਅਡਾਪਟ ਕਰਨੀ ਪੈਣੀ ਹੈ। ਸਪਲਾਈ ਚੇਨ ਤੋੜਨੀ ਪੈਣੀ ਹੈ। ਜਿਹੜੇ ਡਰੱਗ ਡੀਲਰਸ ਨੇ, ਠੀਕ ਹੈ ਨਾ, ਵੱਡੇ, ਉਹਨਾਂ ਨੂੰ ਅੰਦਰ ਕਰਨਾ ਪੈਣਾ ਹੈ। ਜਿਹੜੇ ਕੰਜ਼ਿਊਮਰਸ ਨੇ, ਜਿਹੜੇ ਕਿ ਇਹਨਾਂ ਨੂੰ ਆਪਾਂ ਡਰੱਗ ਐਡਿਕਟਸ ਕਹਿਣ ਦੀ ਬਜਾਏ ਆਪਾਂ ਇਹਨਾਂ ਨੂੰ ਪੇਸ਼ੈਂਟ ਕਹੀਏ ਅੱਜ, ਜਦੋਂ ਤੱਕ। ਔਰ ਦੂਜੀ ਸਟ੍ਰੈਟਜੀ ਇਹ ਹੈ, ਇਹਦਾ ਦੂਜਾ ਪਹਿਲੂ ਇਹ ਹੈ ਕਿ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਮੁੜ ਕੇ ਦੁਬਾਰਾ ਟਰੈਕ ਦੇ ਉੱਪਰ ਲੈ ਕੇ ਆਉਣਾ ਪਊਗਾ, ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਪਊਗਾ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ। ਹੁਣ ਹੋ ਕੀ ਰਿਹਾ ਹੈ ਕਿ ਸਰਕਾਰ ਜਦੋਂ ਡਰੱਗ ਦੀ ਗੱਲ ਚੱਲਦੀ ਹੈ, ਤੁਸੀਂ ਮੀਡੀਆ ਵਾਲੇ ਚੱਕਦੇ ਹੋ, ਉਹਦੀ ਸਰਕਾਰ ਡਿਨਾਇਲ ਮੋਡ ਦੇ ਵਿੱਚ ਚਲੀ ਜਾਂਦੀ, ਨਾ ਨਾ ਨਾ, ਇਹ ਬੰਦਾ ਡਰੱਗ ਨਾਲ ਤਾਂ ਮਰਿਆ ਹੀ ਨਹੀਂ ਹੈਗਾ, ਸਾਡੇ ਤਾਂ ਡਰੱਗ, ਅਸੀਂ ਤਾਂ ਬਹੁਤ ਸਖਤੀ ਕਰ ਰੱਖੀ ਹੈ। ਪੰਜਾਬ ਦੇ ਕੋਲ ਅੱਜ ਤੱਕ ਜਿੰਨੀਆਂ ਮੌਤਾਂ ਹੋਈਆਂ ਨੇ ਓਵਰਡੋਜ਼ ਦੀ ਵਜ੍ਹਾ ਕਰਕੇ, ਇੱਕ ਦਾ ਵੀ ਰਿਕਾਰਡ ਹੈ ਜਿਹੜਾ ਉਹ ਓਵਰਡੋਜ਼ ਨਹੀਂ ਲਿਖਿਆ ਹੋਇਆ। ਉਹ ਕਿਸੇ ਨੂੰ ਹਾਰਟ ਅਟੈਕ ਲਿਖਤਾ, ਕਿਸੇ ਨੂੰ ਕਾਲਾ ਪੀਲੀਆ ਲਿਖਤਾ, ਕਿਸੇ ਨੂੰ ਕੁਛ ਲਿਖਤਾ, ਕਿਸੇ ਨੂੰ ਕੁਛ ਲਿਖਤਾ। ਭਾਈ ਸਾਹਿਬ, ਜਦੋਂ ਤੁਸੀਂ ਪ੍ਰੋਬਲਮ ਨੂੰ ਮੰਨੋਗੇ ਹੀ ਨਹੀਂ, ਜਦੋਂ ਤੱਕ ਤੁਸੀਂ ਉਹਨੂੰ ਐਕਸੈਪਟ ਹੀ ਨਹੀਂ ਕਰੋਗੇ, ਤੇ ਐਕਸੈਪਟ ਕਰਕੇ ਉਹਨੂੰ ਮੰਨ ਕੇ ਉਹਨੂੰ ਤੁਸੀਂ ਸਿੰਘਾਂ ਤੋਂ ਫੜ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ, ਉਦੋਂ ਤੱਕ ਕਿਵੇਂ ਹੱਲ ਹੋਊਗਾ? ਅੱਜ ਤੱਕ ਮੈਂ ਇਹ ਵਿਧਾਨ ਸਭਾ ਦੇ ਵਿੱਚ ਵੀ 3 ਵਾਰੀ ਚੱਕ ਚੁੱਕਿਆ, ਜਦੋਂ ਕੈਪਟਨ ਸਾਹਿਬ ਮਾਏ ਬਡੀ ਤੇ ਡੈਪੋ ਸਿਸਟਮ ਦੀਆਂ ਬੜੀਆਂ ਉਹਨਾਂ ਗੱਲ ਕਰਦੇ। ਮੈਂ ਕਿਹਾ ਕੈਪਟਨ ਸਾਹਿਬ, ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਹਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਇਹ ਰਿਕਾਰਡ ਹੈ ਵੀ ਕਿਹੜੇ ਘਰ ਦਾ ਬੱਚਾ ਅੱਜ ਡਰੱਗ ਐਡਿਕਟ ਹੈ? ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਕੋਈ ਉਹਨਾਂ ਦੀ ਨਿਸ਼ਾਨਦੇਹੀ, ਕੋਈ ਰਾਏ ਸ਼ੁਮਾਰੀ ਜਾਂ ਕੋਈ ਜਿਹੜਾ ਸੈਂਸਸ ਹੈ ਉਹ ਬਣਿਆ ਅੱਜ ਤੱਕ? ਜਦੋਂ ਤੱਕ ਤੁਹਾਨੂੰ ਇਹੀ ਨਹੀਂ ਪਤਾ ਹੈਗਾ ਕਿ ਕਿੰਨੇ ਬੰਦੇ ਡਰੱਗਸ ਤੋਂ ਪੀੜਤ ਨੇ, ਤੁਸੀਂ ਉਹਨਾਂ ਦਾ ਇਲਾਜ ਕਿਵੇਂ ਕਰੋਗੇ ਜੀ? ਪਰ ਉਹ ਕਰਦੇ ਨਹੀਂ ਹੈਗੇ, ਉਸ ਪਾਸੇ ਚੱਲਦੇ ਨਹੀਂ ਹੈਗੇ, ਡਿਨਾਇਲ ਮੋਡ ਦੇ ਵਿੱਚ ਚਲੇ। ਨਾ ਜੀ, ਨਾ ਨਾ ਨਾ, ਇਹ ਤਾਂ ਆਪੋਜੀਸ਼ਨ ਬਦਨਾਮ ਕਰ ਰਹੀ ਹੈ ਸਾਨੂੰ। ਯਾਰ ਐਂ ਕੰਮ ਥੋੜ੍ਹਾ ਚੱਲਦਾ ਹੁੰਦਾ। ਇੱਕ ਪ੍ਰੋਬਲਮ ਹੈਗੀ ਤਾਂ ਹੈਗੀ, ਉਹਨੂੰ ਤੁਸੀਂ ਦਲੇਰੀ ਨਾਲ ਮਰਦਾਂ ਵਾਂਗੂ ਤੁਸੀਂ ਫੇਸ ਕਰੋ। ਸਰਕਾਰਾਂ ਦਾ ਕੰਮ ਇਹ ਥੋੜ੍ਹਾ ਹੁੰਦਾ ਹੈ ਕਿ ਹਰੇਕ ਗੱਲ ਤੋਂ ਮੁੱਕਰ ਜਾਓ। ਕਦੇ ਪਾਕਿਸਤਾਨ ਦਾ ਹੈਂਡ ਦੱਸ ਦਿੰਦੇ ਨੇ, ਕਦੇ ਕਿਸੇ ਦਾ ਹੈਂਡ ਦੱਸ ਦਿੰਦੇ ਨੇ, ਐਂ ਕੰਮ ਥੋੜ੍ਹਾ ਚੱਲਦਾ। ਪਰ ਨਾਲ ਹੀ ਆ, ਹਾਂ, ਇੱਕ ਗੱਲ ਹੋਰ ਵੀ ਹੈ ਕਿ ਇਹ ਇਕੱਲੇ ਸਰਕਾਰਾਂ ਦੇ ਬਸ ਦਾ ਕੰਮ ਵੀ ਨਹੀਂ ਹੈਗਾ। ਜੇ ਇਸ ਐਕਸਰਸਾਈਜ਼ ਨੂੰ ਐਗਜ਼ੀਕਿਊਟ ਕਰਨਾ ਫਰੋਮ ਟੌਪ ਟੂ ਬੋਟਮ, ਉੱਪਰ ਤੋਂ ਲੈ ਕੇ ਨੀਚੇ ਤੱਕ, ਜੇ ਇਸ ਸਿਸਟਮ ਨੂੰ ਦਰੁਸਤ ਕਰਨਾ, ਤਾਂ ਇਹ 'ਚ ਸਰਕਾਰ ਦੀ ਪਹਿਲੀ ਪ੍ਰਾਇਮਰੀਲੀ ਤੌਰ 'ਤੇ ਜ਼ਿੰਮੇਵਾਰੀ ਬਣਦੀ ਹੈ। ਦੂਜੇ ਤੌਰ ਦੇ ਉੱਪਰ, ਦੂਜੇ ਲੈਵਲ ਦੇ ਉੱਪਰ ਲੋਕਾਂ ਦੀ, ਸਮਾਜ ਦੀ, ਪੇਰੈਂਟਸ ਦੀ, ਮੀਡੀਆ ਦੀ, ਤੁਹਾਡੀ, ਮੇਰੀ, ਆਪਣੀ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਤੱਕ ਸਾਰੇ ਕਲੈਕਟਿਵਲੀ ਮੋਢੇ ਨਾਲ ਮੋਢਾ ਜੋੜ ਕੇ ਡਰੱਗਸ ਦੇ ਨਾਲ ਆਪਾਂ ਨਹੀਂ ਲੜਾਂਗੇ, ਉਦੋਂ ਤੱਕ ਪੰਜਾਬ ਨੂੰ ਨਸ਼ਿਆਂ ਤੋਂ ਨਹੀਂ ਬਚਾਇਆ ਜਾਣਾ। ਠੀਕ ਹੈ, ਮੈਨੂੰ 2 ਸਵਾਲ ਹੋਰ ਨੇ। ਇਹ ਦੱਸੋ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣਾ ਦੀ ਰਿਹਾਈ ਨੂੰ ਲੈ ਕੇ ਸਟੈਂਡ ਕੀ ਹੈ ਆਮ ਆਦਮੀ ਪਾਰਟੀ ਦਾ? ਇਹ ਵੀ ਸਵਾਲ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਚੱਲ ਰਿਹਾ, ਔਰ ਕਹਿੰਦੇ ਕਿ ਕੇਜਰੀਵਾਲ ਹੋਣਾ ਦੀ ਜੋ ਸਰਕਾਰ ਹੈ ਦਿੱਲੀ ਦੇ ਵਿੱਚ, ਇਹ ਸਾਈਨ ਕਰਦੇ ਨੇ ਤਾਂ ਰਿਹਾਈ ਹੋ ਸਕਦੀ ਹੈ ਉਹਨਾਂ ਦੀ। ਨਹੀਂ, ਇਸ ਤਰ੍ਹਾਂ ਕਿ ਮੈਨੂੰ ਇਹਦੇ ਬਾਰੇ ਐਗਜ਼ੈਕਟ ਤਾਂ ਨਹੀਂ ਪਤਾ ਹੈਗਾ। ਮੇਰੇ ਕੋਲ ਕੱਲ੍ਹ ਵੀ ਸਾਡੇ ਨਵੋਲ ਤੋਂ ਕੁਝ ਸਾਥੀ ਆਏ ਸੀਗੇ, ਮੈਂ ਨਾਲ ਦੀ ਨਾਲ ਭਗਵੰਤ ਮਾਨ ਜੀ ਨਾਲ ਗੱਲ ਕੀਤੀ ਸੀਗੀ, ਅੱਜ ਵੀ ਉਸ ਤੋਂ ਆ ਜਾਏ ਸੀ, ਮੈਂ ਅੱਜ ਵੀ ਉਹਨਾਂ ਨੂੰ ਕਿਹਾ ਹੈ। ਉਹ ਕਹਿੰਦੇ ਮੇਰੀ ਸੀਐਮ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਅਤੇ ਕੱਲ੍ਹ ਨੂੰ ਸੀਐਮ ਸਾਹਿਬ ਨੇ ਦੁਬਾਰਾ ਆਉਣਾ, ਅਤੇ ਇਹਦੇ ਬਾਰੇ ਐਗਜ਼ੈਕਟ ਦਿੱਲੀ ਗਵਰਨਮੈਂਟ ਵੱਲੋਂ, ਜਿੱਥੋਂ ਤੱਕ ਮੈਨੂੰ ਖਿਆਲ ਹੈ ਇਹਦਾ, ਮੈਨੂੰ ਕੋਈ ਅਫੀਸ਼ੀਅਲ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਮੇਰੇ ਕੋਲ ਕੋਈ ਅਫੀਸ਼ੀਅਲ ਇਨਫੋਰਮੇਸ਼ਨ, ਜਾਣਕਾਰੀ ਇਹਦੇ ਬਾਰੇ ਹੈ ਨਹੀਂ। ਔਰ ਜਦੋਂ ਤੱਕ ਮੇਰੇ ਕੋਲ ਕੋਈ ਪੁਖਤਾ ਜਾਣਕਾਰੀ ਨਾ ਹੋਵੇ, ਜਾਂ ਮੈਂ ਅੱਖੀਂ ਦੇਖ ਜਾਂ ਕੰਨੀ ਸੁਣ ਨਾ ਲਵਾਂ, ਉਦੋਂ ਤੱਕ ਮੈਂ ਉਹਦੇ ਬਾਰੇ ਕੌਮੈਂਟ ਵੀ ਕੋਈ ਨਹੀਂ ਕਰਦਾ ਹੈਗਾ। ਪਰ ਮੈਨੂੰ ਜੋ ਸਮਝ, ਜਿੰਨੀ ਕੁ ਫੀਡਬੈਕ ਮਿਲੀ ਹੈ, ਉਹ 'ਚ ਇਹ ਹੈ ਕਿ ਇਹ ਫਾਈਲ ਹੈ ਜਿਹੜੀ ਇਹ LG ਕੋਲੇ ਕਿਸੇ ਪਾਸਿਓਂ ਅਟਕੀ ਹੋਈ ਹੈ, ਜਿਹਦੀ ਵਜ੍ਹਾ, ਪਰ ਇਹਦੇ ਬਾਰੇ ਐਗਜ਼ੈਕਟ ਮੈਨੂੰ ਫੇਰ ਨਹੀਂ ਪਤਾ ਹੈਗਾ। ਇਹ ਮਾਨ ਸਾਹਿਬ ਨਾਲ ਕੱਲ੍ਹ ਵੀ ਗੱਲ ਹੋਈ ਹੈ, ਅੱਜ ਵੀ ਗੱਲ ਹੋਈ ਹੈ। ਆਈ ਥਿੰਕ ਵਿਦਿਨ 1 or 2 ਡੇਜ਼ ਪਾਰਟੀ ਵੱਲੋਂ, ਦਿੱਲੀ ਗਵਰਨਮੈਂਟ ਵੱਲੋਂ ਇਹਦੇ ਬਾਰੇ ਐਗਜ਼ੈਕਟ ਸਟੇਟਸ ਕੀ ਹੈ, ਕਿਉਂ ਇਹ ਮੁਸ਼ਕਿਲ ਆ ਰਹੀ ਹੈ, ਕਿਉਂ ਇਹ ਦਿੱਕਤ ਆ ਰਹੀ ਹੈ, 1-2 ਦਿਨਾਂ ਦੇ ਵਿੱਚ ਤੁਹਾਨੂੰ ਕਲੀਅਰ ਹੋਣ ਤੋਂ ਬਾਅਦ ਹੀ ਮੈਂ ਦੱਸ ਪਾਊਂਗਾ। ਠੀਕ ਹੈ, ਤੁਸੀਂ ਸੋਚ ਵੀ ਰਹੇ ਹੋਣੇ ਕੁਝ ਚੀਜ਼ਾਂ ਕਿ ਸਰਕਾਰ ਬਣਦੀ ਹੈ ਤਾਂ, ਸਵਾਲ ਹੈ ਮੇਰਾ ਕਿ ਜੇ ਸਰਕਾਰ ਬਣਦੀ ਹੈ ਤਾਂ ਅਮਨ ਅਰੋੜਾ ਕਿਹੜਾ ਅਹੁਦਾ ਲੈਣਗੇ? ਕਿਹੜਾ? ਦੇਖੋ ਇਸ ਤਰ੍ਹਾਂ ਹੈ ਕਿ ਇਹ ਬੜਾ ਹਾਈਪੋਥੈਟੀਕਲ ਸਵਾਲ ਹੈ। ਮੈਂ ਹਾਈਪੋਥੈਟੀਕਲ ਸਵਾਲਾਂ ਦਾ, ਹਵਾਈ ਸਵਾਲਾਂ ਦਾ ਨਾ ਮੈਂ ਕਦੇ ਜਵਾਬ ਦਿੱਤਾ, ਨਾ ਮੈਂ ਕਦੇ ਜਵਾਬ ਦੇਣਾ। ਮੈਂ ਨਾ ਟਿਕਟ ਪਿੱਛੇ, ਨਾ ਕਿਸੇ MLA-ਸ਼ਿਪ ਪਿੱਛੇ, ਮੰਤਰੀਸ਼ਿਪ ਪਿੱਛੇ, ਡਿਪਟੀ CM ਜਾਂ CM ਪਿੱਛੇ, ਮੈਂ ਇਹਨਾਂ ਅਹੁਦਿਆਂ ਪਿੱਛੇ ਨਹੀਂ ਭੱਜਦਾ ਹੈਗਾ। ਮੈਂ ਕਰਮ ਕਰਨ ਵਾਲਾ ਬੰਦਾ। ਮੈਂ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਆਪਣੇ 10 ਨਹੁੰਆਂ ਦੀ ਕਿਰਤ ਕਰੋ, ਇਹ ਮੈਂ ਜਿਸ ਫੀਲਡ ਦੇ ਵਿੱਚ ਪੈ ਗਿਆ, ਇਹ ਮੇਰੀ ਕਿਰਤ ਹੈ। ਮੈਂ ਉਹ ਕਰ ਰਿਹਾ ਪੂਰੀ ਇਮਾਨਦਾਰੀ ਤੇ ਕਮਿਟਮੈਂਟ ਔਰ ਡੈਡੀਕੇਸ਼ਨ ਦੇ ਨਾਲ ਕਰ ਰਿਹਾ। ਖਿਆਲ ਕੋਈ ਖੁਆਬ ਤਾਂ ਆਉਂਦਾ ਹੀ ਹੋਣਾ ਬੰਦੇ ਦੇ? ਖੁਆਬ ਇੱਕੋ ਹੀ ਆਉਂਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਬਾਬਾ ਨਾਨਕ ਨੰਬਰ 1
ਕਦੇ ਕਿਸੇ ਦਾ ਮਾੜਾ ਨਾ ਕਰਾਵੇ, ਗਲਤ ਨਾ ਕਰਾਵੇ ਮੇਰੇ ਹੱਥੋਂ। ਨੰਬਰ 2, ਜਿੰਨੇ ਜੋਗਾ ਮੈਂ ਹੈਗਾ, ਜਿਸ ਲਾਇਕ ਮੈਨੂੰ ਬਾਬਾ ਨਾਨਕ ਰੱਖਣਾ ਚਾਹੁੰਦੇ ਨੇ, ਮੈਂ ਉਨੇ 'ਚ ਰਹਿ ਕੇ ਖੁਸ਼ ਹਾਂ। ਮੈਂ ਉਹਦਿਆਂ ਮਗਰ ਨਾ ਕਦੇ ਭੱਜਿਆ ਸੀ, ਨਾ ਹਾਂ ਤੇ ਨਾ ਕਦੇ ਭੱਜੂਗਾ। ਹਾਂ, ਇੱਕ ਤਮੰਨਾ ਜ਼ਰੂਰ ਹੈ ਕਿ ਜਿਸ ਦਿਨ ਸਰਕਾਰ ਬਣ ਜਾਂਦੀ ਹੈ, ਠੀਕ ਹੈ ਨਾ, ਡਿਵੈਲਪਮੈਂਟ ਹੈ ਉਹ ਜਿਹੜੀ ਜਿਹੋ ਜਿਹੀ ਜ਼ਿੰਮੇਵਾਰੀ ਲੱਗੂਗੀ ਉਹੋ ਜਿਹੀ ਨਿਭਾਵਾਂਗੇ। ਪਰ ਜਦੋਂ ਸੁਨਾਮ ਦੇ ਲੋਕਾਂ ਨੇ ਮੈਨੂੰ ਜਿਹੜੀ ਜ਼ਿੰਮੇਵਾਰੀ ਸੌਂਪਤੀ, ਮੈਂ ਆਪਦੇ ਸੁਨਾਮ ਹਲਕੇ ਨੂੰ ਇਹੋ ਜਿਹਾ ਹਲਕਾ ਬਣਾ ਦੂੰਗਾ ਕਿ ਦੂਰੋਂ ਦੂਰੋਂ ਲੋਕ ਦੇਖਣ ਆਇਆ ਕਰਨਗੇ, ਜਿਹੋ ਜਿਹਾ ਮੈਨੂੰ ਸੁਨਾਮ ਦੇ ਲੋਕ ਜ਼ਿੰਮੇਵਾਰੀ ਸੰਭਾਉਣਗੇ। ਹਾਂ, ਉਸ ਤੋਂ ਜਿਹੋ ਜਿਹੀ ਕੋਈ ਜ਼ਿੰਮੇਵਾਰੀ, ਮੈਂ ਤਾਂ ਪਾਰਟੀ ਦਾ ਵਰਕਰ ਆ, ਪਾਰਟੀ ਦਾ ਸਿਪਾਹੀ ਹਾਂ। ਅਰਵਿੰਦ ਜੀ ਜਾਂ ਸਾਡਾ ਵੱਡਾ ਭਰਾ ਭਗਵੰਤ ਮਾਨ ਕਹੂਗਾ ਪੋਸਟਰ ਲਾਣੇ ਨੇ, ਪੋਸਟਰ ਵੀ ਲਾਵਾਂਗੇ। ਪਾਰਟੀ ਨੇ ਜਦੋਂ ਜੋ ਜ਼ਿੰਮੇਵਾਰੀ ਸੌਂਪੀ ਹੈ, ਚਾਹੇ ਉਹ ਪਹਿਲਾਂ ਕੋ ਪ੍ਰਧਾਨ ਦੀ ਸੀਗੀ, ਚਾਹੇ ਫਿਰ ਪਾਰਲੀਮੈਂਟ ਚੋਣਾਂ ਵੇਲੇ ਕੈਂਪੇਨ ਕਮੇਟੀ ਪੰਜਾਬ ਦੇ ਪ੍ਰਧਾਨ ਦੀ ਸੀਗੀ, ਅਤੇ ਚਾਹੇ ਹੁਣ ਜਿਹੜੀ ਸਾਡੀ NEC ਹੈ, ਜਿਹੜੀ ਸਾਡੀ ਆਪਣਾ ਬੋਡੀ ਬਣੀ ਹੋਈ ਹੈ, ਉਹਦਾ ਮੈਂਬਰ। ਫਾਈਨੈਂਸ ਮਿਨਿਸਟਰ ਬਣਨਾ ਚਾਹੁੰਦੇ ਅਮਨ ਅਰੋੜਾ ਹੁਣੀ। ਦੇਖੋ ਇਸ ਤਰ੍ਹਾਂ ਹੈ, ਮੈਂ ਤੁਹਾਨੂੰ ਦੱਸਿਆ ਕਿ ਬਣਨਾ ਤਾਂ ਨਹੀਂ ਮੇਰੀ ਕੋਈ ਇਹੋ ਜਿਹੀ ਇੱਛਾ ਹੁੰਦੀ ਕਿ ਮੈਂ ਕਿਸੇ ਉਹਦੇ ਪਿੱਛੇ ਭੱਜਾਂ। ਮੈਂ ਬਹੁਤ ਲੰਮਾ ਸਮਾਂ ਉਹਦੇ ਫਾਦਰ ਤੋਂ ਬਾਅਦ ਮੈਂ 17 ਸਾਲ ਸੰਘਰਸ਼ ਕੀਤਾ। ਪਰ ਹਾਂ, ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਦਾਅਵੇ ਨਾਲ, ਵਾਅਦੇ ਨਾਲ ਅਤੇ ਕੌਨਫੀਡੈਂਸ ਨਾਲ ਕਹਿਣੀ ਚਾਹੂੰਗਾ ਕਿ ਜੇ ਤੁਹਾਡੇ ਬੋਲ ਪਰਮਾਤਮਾ ਸੁੱਖ ਰੱਖੇ ਮੁਬਾਰਕ ਹੋ ਜਾਂਦੇ ਨੇ, ਅਤੇ ਪੰਜਾਬ ਦਾ ਖਜ਼ਾਨਾ ਜਿਹੜਾ ਇਹਨਾਂ ਨੇ, ਮਨਪ੍ਰੀਤ ਹੋਣਾ ਨੇ ਪੀਪਾ ਬਣਾਤਾ ਨਾ, ਇਹਨੂੰ ਮੁੜ ਕੇ ਦੁਬਾਰਾ ਕੁਬੇਰ ਦਾ ਖਜ਼ਾਨਾ ਕਿਵੇਂ ਬਣਾਉਣਾ, ਉਹ ਅਮਨ ਅਰੋੜਾ ਨੂੰ ਪਤਾ, ਅਤੇ ਕਰਕੇ ਦਿਖਾਊਗਾ। ਹੁਣ ਸੁਨਾਮ ਦੇ ਲੋਕਾਂ ਦੀ ਵੀ ਗੱਲ ਕਰ ਲਈਏ। ਸੁਨਾਮ ਦੇ ਲੋਕਾਂ ਦੇ ਵਿੱਚ ਲਗਾਤਾਰ ਵਿਚਰ ਰਹੇ ਹੋਣਗੇ, ਚੰਡੀਗੜ੍ਹ ਤੋਂ ਸੁਨਾਮ ਆ ਜਾਈਏ। ਸੁਨਾਮ ਦੇ ਲੋਕ ਕੀ ਕਹਿੰਦੇ? ਸੁਨਾਮ ਦੇ ਲੋਕ, ਕੁਛ ਇੱਕ ਲੋਕ ਤਾਂ ਅਸੀਂ ਪਿਛਲੇ ਦਿਨੀ ਜਾ ਕੇ ਵਿਚਰੇ ਲੋਕਾਂ 'ਚ, ਕੁਛ ਇੱਕ ਲੋਕ ਕਹਿੰਦੇ ਠੀਕ ਕੰਮ ਹੋਇਆ, ਕੁਛ ਇੱਕ ਲੋਕ ਕਹਿੰਦੇ ਕਿ ਗਲੀਆਂ ਨਾਲੀਆਂ ਠੀਕ ਨਹੀਂ ਬਣੀਆਂ, ਕੁਛ ਕਹਿੰਦੇ ਉੱਚੀਆਂ ਕਰਤੀਆਂ, ਨੀਵੀਆਂ ਕਰਤੀਆਂ। ਤੁਸੀਂ ਜਾਣਦੇ ਹੋ, ਵਿਚਰਦੇ ਹੋ, ਕਿੰਨੇ ਕੁ ਸੰਤੁਸ਼ਟ ਨੇ ਲੋਕ? ਨਹੀਂ, ਲੋਕ ਦੇਖੋ, ਪਹਿਲਾਂ ਤਾਂ ਅਨਫੋਰਚੂਨੇਟ ਪਾਰਟ ਇਹ ਹੈ ਕਿ ਲੋਕ ਇਹ ਜਿਹੇ ਵਿਚਾਰੇ ਹੁਣ ਤੱਕ 70-75 ਸਾਲਾਂ ਦੇ ਰਾਜ ਭਾਗ ਨੇ, 70-75 ਸਾਲਾਂ ਦੀਆਂ ਸਰਕਾਰਾਂ ਨੇ, ਉਹ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝਾ ਕੇ ਰੱਖਤੇ। ਹਾਂ, ਜਿੱਥੇ ਤੱਕ ਸੁਨਾਮ ਦੀਆਂ ਗਲੀਆਂ ਨਾਲੀਆਂ ਦਾ ਸਵਾਲ ਹੈ, ਇਹ ਠੀਕ ਹੈ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਜੋ ਤੁਸੀਂ ਲੋਕਾਂ ਤੋਂ ਰਾਏ ਪੁੱਛ ਕੇ ਆਏ ਹੋ, ਉਹਨਾਂ ਦਾ ਦੁੱਖ ਦਰਦ ਵੀ ਸਹੀ ਹੈ। ਕੋਈ ਕਹਿੰਦਾ ਗਲੀਆਂ ਉੱਚੀਆਂ ਬਣਾਤੀਆਂ, ਕੋਈ ਕਹਿੰਦਾ ਗਲੀਆਂ ਨਾਲੀਆਂ ਨੀਵੀਆਂ ਬਣਾਤੀਆਂ, ਕੋਈ ਕਹਿੰਦਾ ਨਾਲੀਆਂ ਦੇ ਉੱਪਰ ਸੀਮੈਂਟ ਨਹੀਂ ਲੱਗਿਆ ਹੈਗਾ, ਕੋਈ ਕਹਿੰਦਾ ਵੀ ਉਹੀ ਥੁੱਕਣ ਵਾਲੀ ਬੜੇ ਪਕਾਤੇ। ਉਹ ਗੱਲਾਂ ਸਹੀ ਨੇ, ਕਿਉਂਕਿ ਜਿਸ ਤਰੀਕੇ ਨਾਲ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸੁਨਾਮ ਦੇ ਵਿੱਚ ਹਰੇਕ ਕੰਮ ਦੇ ਵਿੱਚ ਕਰਪਸ਼ਨਾਂ ਦਾ, ਕਮਿਸ਼ਨਾਂ ਦਾ, ਠੱਗੀਆਂ ਠੋਰੀਆਂ ਦਾ, ਰਿਸ਼ਵਤਾਂ ਦਾ ਜਿਹੜਾ ਦੌਰ ਚੱਲਿਆ, ਉਹਦੇ ਨਾਲ ਤਾਂ ਫਿਰ ਬਿਨਾਂ ਸੀਮੈਂਟ ਵਾਲੀਆਂ ਨਾਲੀਆਂ ਨੇ ਜਿਹੜੀਆਂ ਉਹੀ ਬਣਨੀਆਂ ਨੇ, ਉੱਚੀਆਂ ਨੀਵੀਆਂ ਬਣਨੀਆਂ ਨੇ। ਆਹੀ ਤਾਂ ਦੌਰ ਖਤਮ ਕਰਨ ਦੇ ਲਈ ਅਸੀਂ ਲੜਾਈ ਲੜ ਰਹੇ ਹਾਂ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਅਮਨ ਅਰੋੜਾ ਸਾਡੇ ਨਾਲ ਸਨ, ਸੁਨਾਮ ਤੋਂ ਉਮੀਦਵਾਰ ਨੇ। ਔਰ ਅਮਨ ਅਰੋੜਾ ਹੁਣੀ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਦੀ ਸਰਕਾਰ ਨੇ ਕੰਮ ਕੀਤਾ ਹੈ, ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਉਸੇ ਤਰਜ਼ ਤੇ ਪੰਜਾਬ ਦੇ ਵਿੱਚ ਵੀ ਕੰਮ ਕੀਤਾ ਜਾਏਗਾ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਸੁਨਾਮ।